अल्हम्दुलिल्लाह अल्हम्दुलिल्लाह वकफ़ा वस्सलातु वस्सलामु अला इबादिहिल्लज़ीना इस्तफ़ा ख़ुसूसन अला अफ़ज़लिहिम व ख़ातमिन नबिय्यीन मुहम्मदिनिल अमीन व अला आलिहि व अस्हाबिहि अजमईन। औज़ु बिल्लाहि मिनश शैतानिर रजीम बिस्मिल्लाहिर रहमानिर रहीम। क़ाल अल्लाहु अज़्ज़ा व जल फ़ी किताबिहिल करीम वस्साफ़ात सफ़्फ़ा फ़ज़्ज़ाजिरात ज़ज्रा फ़त्तालियात ज़िक्रा इन्ना इलाहुकुम लवाहिद। सदक़ल्लाहुल अलियुल अज़ीम। रब्बि इश्रह ली सदरी व यस्सिर ली अमरी वहलुल उक़दतम मिन लिसानी यफ़क़हू क़ौली। अल्लाहुम्मा अरिनल हक़्क़ हक़्क़न वरज़ुक़ना इत्तिबाअहू व अरिनल बातिला बातिलन वरज़ुक़ना इज्तिनाबा। आमीन या रब्बल आलमीन। अजीज़ दोस्तों, पंजाबी दौरा तर्जमा तफसीर कुरान के हवाले नाल ये साडी मजलस नंबर 99 है। ਇਹਦਾ मतलब यह है कि इस तो पहले असी 88 मजलसां ਜਿਹੜੀਆਂ ਉਹ ਮੁਕੰਮਲ ਕਰ ਚੁੱਕੇ ਹਾਂ। 88 ਮਜਲਸਾਂ ਦੇ ਵਿੱਚ ਅਸੀਂ ਸੂਰਾ ਫਾਤਿਹਾ ਤੋਂ ਲੈ ਕੇ ਸੂਰਾ ਯਾਸੀਨ ਦੀ ਆਖਰੀ ਆਇਤ, ਸੂਰਾ ਯਾਸੀਨ ਦੀ ਆਖਰੀ ਆਇਤ ਨੰਬਰ 83 ਹੈ। ਇੱਥੋਂ ਤੱਕ ਅਸੀਂ ਅਲਹਮਦੁਲਿल्ला ਪੜ੍ਹ ਚੁੱਕੇ ਹਾਂ। ਔਰ ਹੁਣ ਮਜਲਸ ਨੰਬਰ 99 ਦੇ ਵਿੱਚ ਅਸੀਂ ਸੂਰਾ ਯਾਸੀਨ ਤੋਂ ਅਗਲੀ ਸੂਰਤ ਜਿਹੜੀ ਹੈ ਸੂਰਾ ਸਾਫਾਤ ਇਹ ਪੜ੍ਹਨ ਲੱਗੇ ਹਾਂ। ਸੂਰਾ ਸਾਫਾਤ ਜਿਹੜੀ ਹੈ ਨਾ, ਇਸ ਤੋਂ ਪਹਿਲੇ ਜਿਹੜਾ ਨਾ ਦੋ ਸੂਰਤਾਂ ਗੁਜ਼ਰੀਆਂ ਵਾ, ਸੂਰਾ ਹਿਜਰ ਔਰ ਸੂਰਾ ਸ਼ੁਅਰਾ। ਇਹ ਸੂਰਾ ਸ਼ੁਅਰਾ ਔਰ ਸੂਰਾ ਹਿਜਰ ਜਿਹੜੀਆਂ ਨਾ ਇਹਦੇ 'ਚ ਮੈਂ ਦੱਸਿਆ ਸੀਗਾ ਕਿ ਇਹਦਾ ਜ਼ਮਾਨਾ ਨਜ਼ੂਲ ਜਿਹੜਾ ਉਹ ਇਬਤਦਾਈ 4 ਸਾਲ ਹੈ। ਯਾਨੀ ਵਹੀ ਦੇ ਨਜ਼ੂਲ ਤੋਂ ਸ਼ੁਰੂ ਹੋ ਕੇ ਤਕਰੀਬਨ ਸਮਝ ਲਓ ਪਹਿਲੇ 4 ਸਾਲ ਜਿਹੜੇ ਆ ਨਾ ਉਹਦੇ 'ਚ ਇਹ ਨਾਜ਼ਲ ਹੋਈਆਂ ਤਿੰਨੇ ਹੀ ਸੂਰਤਾਂ। ਠੀਕ ਹੈ ਨਾ, ਸੂਰਾ ਹਿਜਰ, ਸੂਰਾ ਸ਼ੁਅਰਾ ਤੇ ਸੂਰਾ ਸਾਫਾਤ। ਇਹ ਜਿਹੜੀ ਸੂਰਤ ਹੈ ਇਹ ਵੀ ਉਹਨਾਂ ਸੂਰਤਾਂ ਤਰ੍ਹਾਂ ਆਇਤਾਂ ਇਹਦੀਆਂ ਛੋਟੀਆਂ ਛੋਟੀਆਂ ਔਰ ਜਿਹੜਾ ਨਾ ਉਹ ਲੇਕਿਨ ਜਿੱਦਾਂ ਮਾਨੀ ਔਰ ਮਫਹੂਮ ਇਹਨਾਂ ਦੇ ਵਿੱਚ ਬੜਾ ਗਹਿਰਾ ਵਾ। ਬਸ ਹੁਣ ਅਸੀਂ ਇਹਦਾ ਆਗਾਜ਼ ਕਰਨ ਲੱਗੇ ਹਾਂ। फरमाया वस्साफ़ात सफ़्फ़ा, कसम है कतार दर कतार सफ़ा बन के हाज़र रहन वालियां दी, यानी फरिश्तियां दी। फरिश्ते हर वक्त अल्लाह दे हुक्म दे उत्ते हाज़र, सफ़ दर सफ़। ते फरमाया कि हर वेले हाज़र रहन वाले ਉਹ फरिश्ते ਉਹਨਾਂ ਦੀ कसम है। अगे फरमाया फ़ज़्ज़ाजिरात ज़ज्रा। ਇਹ फरिश्तियां ਦੀ ਜਿਹੜੀ ਇੱਥੇ कसम आ रही है ना या गवाही आ रही है, ਇਹ ਵਾਓ ਮੈਂ ਪਹਿਲੇ ਵੀ ਦੱਸਿਆ ਸੀ ਕਿ ਇਹ ਕਸਮ ਦੇ ਮਾਨੀ 'ਚ ਵੀ ਆਉਂਦੀ ਹੈ ਤੇ ਇਹ ਗਵਾਹੀ ਦੇ ਮਾਨੀ 'ਚ ਵੀ ਆਉਂਦੀ ਹੈ। ਇਹ ਦੋਨੋਂ ਤਰਜਮੇ ਹੋ ਸਕਦੇ ਆ। गवाही है कतार दर कतार सफ़ा बन्ने हुए हाज़र रहन वाले मतलब फरिश्तियां दी। ये ਜਿਹੜੀ गवाही है या ये कसम कह लो, जे कसम ही तर्जमा करना ते एक ये अगे ਜਿਹੜੀ दूसरी आयत च गल आ रही है फ़ज़्ज़ाजिरात ज़ज्रा। फिर इसका ਇਹਦੀ कसम है कि ਜਿਹੜੇ डांटदे आ और झिड़कदे आ। ਇਹ मतलब यह भी ये कदों डांटदे और झिड़कदे आ।
ਜਦੋਂ ਬਸਤੀਆਂ ਦੇ ਉੱਤੇ ਕੋਈ ਅਜ਼ਾਬ ਆਉਂਦਾ ਹੈ ਤੇ ਉਹ ਜਿਹਨਾਂ ਨੂੰ ਫਿਰ ਜੇ ਅਜ਼ਾਬ ਦੇਣਾ ਹੁੰਦਾ ਨਾ ਤੇ ਉਹਨਾਂ ਨੂੰ ਫਿਰ ਜਿਹੜਾ ਨਾ ਉਹ ਮਤਲਬ ਇਹ ਆ ਵੀ ਉਹ ਜਿਹੜਾ ਰਵੱਈਆ ਹੁੰਦਾ ਉਹਨਾਂ ਦਾ ਉਹਦੀ ਤਰਫ ਇਸ਼ਾਰਾ ਕੀਤਾ ਜਾ ਰਿਹਾ। ਅਸਲ ਇਹ ਸਮਝ ਲਓ ਅਰਬ ਦੇ ਮੱਕੇ ਦੇ ਲੋਕ ਆ ਨਾ, ਮੱਕੇ ਦੇ ਲੋਕ ਜਿਹੜੇ ਆ ਉਹ ਕੌਮੇ ਆਦ ਕੌਮੇ ਸਮੂਦ ਇਹਨਾਂ ਤੋਂ ਬੜੇ ਵਾਕਿਫ ਸੀਗੇ। ਔਰ ਹੁਣ ਅਗਲੀ ਗੱਲ ਜਿਹੜੀ ਹੈ ਤੀਸਰੀ ਆਇਤ ਦੇ ਵਿੱਚ ਆ ਰਹੀ, ਫਤਾਲੀਆਤ ਜ਼ਿਕਰਾ, ਤੇ ਕਸਮ ਹੈ ਜਿਹੜੇ ਤਲਾਵਤ ਕਰਦੇ ਆ ਜ਼ਿਕਰ ਦੀ, ਮਤਲਬ ਅੱਲਾ ਦੇ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਤੇ ਜ਼ਿਕਰ ਦੀ ਤਲਾਵਤ ਕਰਦੇ ਆ, ਯਾਨੀ ਨਾਜ਼ਲ ਕਰਦੇ ਆ। ਅਸਲ ਦੇ 'ਚ ਇਹ ਹੁਣ ਤਿੰਨਾਂ ਆਇਤਾਂ ਨੂੰ ਜ਼ਰਾ ਸਾਹਮਣੇ ਰੱਖੋ ਕਿ ਕਸਮ ਹੈ ਫਰਿਸ਼ਤਿਆਂ ਦੀ, ਔਰ ਦੂਸਰੀ ਆਇਤ ਜਿਹੜੀ ਹੈ ਨਾ, ਬਲਕਿ ਤੀਸਰੀ ਆਇਤ ਜਿਹੜੀ ਹੈ ਉਹਨੂੰ ਨਾਲ ਰਲਾ ਕੇ ਦੇਖੋ ਕਿ ਕਸਮ ਹੈ ਸਫ ਦਰ ਸਫ ਹਾਜ਼ਰ ਰਹਿਣ ਵਾਲਿਆਂ ਦੇ ਫਰਿਸ਼ਤਿਆਂ, ਹਾਜ਼ਰ ਰਹਿਣ ਵਾਲੇ ਫਰਿਸ਼ਤਿਆਂ ਦੀ, ਔਰ ਫਿਰ ਉਹ ਅੱਲਾ ਦਾ ਜ਼ਿਕਰ, ਅੱਲਾ ਦਾ ਪੈਗਾਮ ਅੱਲਾ ਦੇ ਨਬੀ ਤੱਕ ਵਹੀ ਕਰਨ ਵਾਲੇ ਜਾਂ ਪਹੁੰਚਾਉਣ ਵਾਲੇ। ਹੁਣ ਇਹ ਵਹੀ ਜਾਂ ਪੈਗਾਮ ਜਿਹੜਾ ਇਹਨੂੰ ਜਿਹੜੇ ਮੰਨਦੇ ਆ, ਈਮਾਨ ਲਿਆਉਂਦੇ ਆ, ਉਹ ਤੇ ਅਮਨ ਵਾਲੇ ਜਾਂ ਈਮਾਨ ਵਾਲੇ ਹੋ ਗਏ। ਜਿਹੜੇ ਨਹੀਂ ਮੰਨਦੇ ਉਹਨਾਂ ਤੇ ਫਿਰ ਅਜ਼ਾਬ ਆਉਂਦਾ, ਤੇ ਉਹ ਫਿਰ ਇਹ ਜਿਹੜੀ ਦਰਮਿਆਨੀ ਬਾਤ ਆ ਨਾ, ਫਜ਼ਾਜਿਰਾਤ ਜ਼ਜਰਾ, ਤੇ ਫਿਰ ਉਹ ਉਹਨਾਂ ਨੂੰ ਜਿਹੜਾ ਨਾ ਡਾਂਟਦੇ ਆ, ਪਟਕਦੇ ਆ, ਝਿੜਕਦੇ ਆ, ਸਖਤੀ ਕਰਦੇ ਆ ਉਹਨਾਂ ਨਾਲ। ਤੇ ਇਹ ਫਰਮਾਇਆ ਕਿ ਇਹ ਜਿਹੜਾ ਅੱਲਾਹ ਤਾਲਾ ਦਾ ਇਹ ਜ਼ਿਕਰ ਹੈ, ਇਹਦਾ ਪਹੁੰਚਾਣਾ, ਤੇ ਇਹ ਜਿਹੜੇ ਫਰਿਸ਼ਤੇ ਆ ਇਹਨਾਂ ਦਾ ਅੱਲਾ ਦੀ ਏਦਾਂ ਤਾਬਿਆਦਾਰੀ ਕਰਨਾ, ਔਰ ਇਹ ਅੱਲਾ ਦਾ ਪੈਗਾਮ ਪਹੁੰਚਾਣਾ। ਫਿਰ ਇਹ ਜਿਹੜੇ ਪੈਗਾਮ ਨੂੰ ਨਹੀਂ ਮੰਨਦੇ ਉਹਨਾਂ ਨੂੰ ਸਜ਼ਾ ਦੇਣਾ। ਇਸ ਸਜ਼ਾ ਤੋਂ ਜਾਂ ਫਰਿਸ਼ਤਿਆਂ ਦੇ ਇਸ ਰਵੱਈਏ ਤੋਂ ਬਚਣ ਵਾਲੇ ਕੌਣ ਹੈ, ਜਾਂ ਕਿਹੜੇ ਬਚ ਸਕਦੇ ਆ? ਇੰਨਾ ਇਲਾਹਕੁਮ ਲਵਾਹਿਦ, ਉਹ ਜਿਨ੍ਹਾਂ ਨੇ ਅੱਲਾਹ ਤਾਲਾ ਨੂੰ, ਅੱਲਾਹ ਤਾਲਾ ਦੇ ਨਾਲ ਕਿਸੇ ਨੂੰ ਸ਼ਰੀਕ ਨਹੀਂ ਕੀਤਾ। ਔਰ ਮਤਲਬ ਇਹ ਹੈ ਕਿ ਬੇਸ਼ੱਕ ਇੰਨਾ ਇਲਾਹਕੁਮ ਲਵਾਹਿਦ, ਬੇਸ਼ੱਕ ਤੁਹਾਡਾ ਮਾਬੂਦ ਇੱਕ ਹੀ ਹੈ। ਇਸੇ ਦੇ ਵਿੱਚ ਹੀ ਬੱਚਤ ਹੈ। ਰੱਬੁ ਸਮਾਵਾਤ ਵਲ ਅਰਦ व मा बैनहुमा, ਔਰ ਉਹ ਰੱਬ ਹੈ ਆਸਮਾਨਾਂ ਦਾ, ਜ਼ਮੀਨ ਦਾ, ਔਰ ਜੋ ਕੁਛ ਵੀ ਉਹਦੇ ਦਰਮਿਆਨ ਹੈ, ਸਭ ਦਾ ਰੱਬ ਉਹੋ ਹੀ ਹੈ। ਰੱਬੁਲ ਮੁਸ਼ਾਰਿਕ, ਔਰ ਤਮਾਮ ਮਸ਼ਰਕਾਂ ਦਾ ਵੀ ਰੱਬ ਹੈ। ਇਹ ਅਸੀਂ ਤਾਂ ਮਤਲਬ ਇਹ ਹੈ ਕਿ ਮਸ਼ਰਕ ਇੱਕ ਨੂੰ ਹੀ ਸਮਝਦੇ ਆ ਨਾ ਕਿ ਇੱਕ ਪਾਸੇ ਮਸ਼ਰਕ ਆ, ਇੱਕ ਪਾਸੇ ਮਗਰਬ ਆ, ਲੇਕਿਨ ਜ਼ਮੀਨ ਜਿਹੜੀ ਆ ਨਾ ਉਹ ਗੋਲ ਹੈ। ਜਦੋਂ ਇੱਕ ਜਗ੍ਹਾ ਤੋਂ ਸੂਰਜ ਤਲੂ ਹੋ ਰਿਹਾ ਹੁੰਦਾ ਨਾ, ਮਤਲਬ ਅਸੀਂ ਕਹਿੰਦੇ ਆ ਕਿ ਸੂਰਜ ਨਿਕਲ ਰਿਹਾ, ਉਹ ਜਿਹੜਾ ਸਾਨੂੰ ਨਿਕਲਦਾ ਨਜ਼ਰ ਆਉਂਦਾ ਨਾ, ਉਹ ਉਦੋਂ ਪਰਲੇ ਵਾਲੇ ਜਿਹੜੇ ਆ ਉਹਨਾਂ ਨੂੰ ਗਰੂਬ ਹੁੰਦਾ ਨਜ਼ਰ ਆਉਂਦਾ, ਡੁੱਬਦਾ ਨਜ਼ਰ ਆਉਂਦਾ। ਜਦੋਂ ਸਾਨੂੰ ਸੂਰਜ ਡੁੱਬਦਾ ਨਜ਼ਰ ਆਉਂਦਾ ਤੇ ਉਦੋਂ ਪਰਲੇ ਜਿਹੜੇ ਲੋਕ ਆ ਨਾ ਉਹਨਾਂ ਨੂੰ ਚੜ੍ਹਦਾ ਨਜ਼ਰ ਆਉਂਦਾ। ਤੇ ਇਸ ਵਾਸਤੇ ਜਿੱਥੇ ਚੜ੍ਹਦਾ ਉਹਨਾਂ ਵਾਸਤੇ ਜਿਹੜਾ ਮਸ਼ਰਕ ਹੈ, ਤੇ ਜਿੱਥੇ ਡੁੱਬਦਾ ਉਹਨਾਂ ਵਾਸਤੇ ਮਗਰਬ ਹੈ। ਤੇ ਇਹ ਸਮਝ ਲਓ ਕਿ ਜ਼ਮੀਨ ਦੇ ਉੱਤੇ ਹਰ ਨੁਕਤਾ ਜਿਹੜਾ ਨਾ ਉਹਦੇ ਤੇ ਗਰੂਬ ਵੀ ਹੁੰਦਾ ਤੇ ਉਹਦੇ ਤੇ ਤਲੂ ਵੀ ਹੁੰਦਾ, ਤੇ ਲਿਹਾਜ਼ਾ ਉਹ ਮਸ਼ਰਕ ਵੀ ਬਣਦਾ, ਤੇ ਇੱਕ ਟਾਈਮ ਉਹ ਮਸ਼ਰਕ ਬਣਦਾ, ਤੇ
ਉਸੇ ਦਿਨ ਜਿਹੜਾ ਨਾ ਸ਼ਾਮ ਨੂੰ ਉਹ ਜਿਹੜਾ ਨਾ ਉਹ ਇੱਕ ਟਾਈਮ ਉਹਦੇ ਵਾਸਤੇ ਸੂਰਜ ਜਿਹੜਾ ਨਾ ਮਸ਼ਰਕ 'ਚ ਹੁੰਦਾ ਔਰ ਦੂਸਰੇ ਟਾਈਮ ਜਿਹੜਾ ਨਾ ਉਹ ਮਗਰਬ ਦੇ 'ਚ ਹੁੰਦਾ। ਤੋ ਇਹ ਹਰ ਇੱਕ ਸਮਝ ਲਓ ਪੁਆਇੰਟ ਦੇ ਉੱਤੇ ਇਹ ਇਸੇ ਤਰ੍ਹਾਂ ਹੀ ਹੁੰਦਾ। ਤੇ ਇਸੇ ਤੋਂ ਕੁਰਾਨ ਕਰੀਮ 'ਚ ਇਹ ਵੀ ਆਇਆ ਕਿ ਸਭ ਮਸ਼ਰਕਾਂ ਦਾ ਤੇ ਸਭ ਮਗਰਬਾਂ ਦਾ ਜਿਹੜਾ ਨਾ ਰੱਬੁਲ ਮਸ਼ਾਰਿਕ ਵਲ ਮਗਾਰਿਬ। ਬਹਰਹਾਲ ਇੱਥੇ ਅੱਲਾਹ ਤਾਲਾ ਨੇ ਸਿਰਫ ਮਸ਼ਰਕ ਦੀ ਗੱਲ ਕੀਤੀ ਹੈ। ਇੰਨਾ ਜ਼ਯਨਾ ਸਮਾਅ ਦੁਨੀਆ ਬਿਜ਼ੀਨਤਿਲ ਕਵਾਕਿਬ, ਔਰ ਬੇਸ਼ੱਕ ਅਸੀਂ ਖੂਬਸੂਰਤ ਬਣਾ ਦਿੱਤਾ ਦੁਨੀਆ ਦੇ ਆਸਮਾਨ ਨੂੰ ਸਿਤਾਰਿਆਂ ਦੇ ਨਾਲ, ਇਹਨੂੰ ਜ਼ੀਨਤ ਦਿੱਤੀ ਹੈ, ਇਹਨੂੰ ਖੂਬਸੂਰਤੀ ਜਿਹੜੀ ਹੈ ਉਹ ਅਸੀਂ ਸਿਤਾਰਿਆਂ ਦੇ ਜ਼ਰੀਏ ਇਹਨੂੰ ਖੂਬਸੂਰਤ ਬਣਾਤਾ। ਵਹਿਫਜ਼ਮ ਮਿਨ ਕੁੱਲ ਸ਼ੈਤਾਨ ਮਾਰਿਦ, ਵਹਿਫਜ਼ਮ ਮਿਨ ਕੁੱਲ ਸ਼ੈਤਾਨ ਮਾਰਿਦ, ਔਰ ਇਹਦੀ ਹਿਫਾਜ਼ਤ ਦਾ ਇੰਤਜ਼ਾਮ ਕੀਤਾ ਹਰ ਸਰਕਸ਼ ਸ਼ੈਤਾਨ ਤੋਂ। ਯਾਨੀ ਇਹ ਸਮਝ ਲਓ ਜੀ ਕਿ ਇਹ ਸ਼ੈਤਾਨ ਜਿਹੜੇ ਆ ਇਹਨਾਂ ਨੂੰ ਅੱਲਾ ਨੇ ਪੈਦਾ ਕੀਤਾ ਅੱਗ ਤੋਂ, ਔਰ ਇਹ ਅੱਗ ਕੋਈ ਆਮ ਅੱਗ ਨਹੀਂ ਹੈਗੀ। ਇਹ ਸਮਝ ਲਓ ਕਿ ਇਹ ਆਮ ਅੱਗ ਨਹੀਂ ਹੈਗੀ, ਕਿਉਂਕਿ ਜਦੋਂ ਜਿਨ੍ਹਾਂ ਨੂੰ ਪੈਦਾ ਕੀਤਾ ਨਾ ਉਸ ਵੇਲੇ ਜ਼ਮੀਨ ਤੇ ਹੈ ਹੀ ਅੱਗ ਸੀ, ਔਰ ਜ਼ਮੀਨ ਜਿਹੜੀ ਹੈ ਇਹਦੇ ਬਾਰੇ ਚ ਕਹਿੰਦੇ ਆ ਕਿ ਪਹਿਲੇ ਸੂਰਜ ਦਾ ਹਿੱਸਾ ਸੀ। ਬਹਰਹਾਲ ਇਹ ਅੰਦਾਜ਼ਾ ਕਰ ਲਓ ਕਿ ਉਹ ਜਿਹੜੀ ਸੂਰਜ ਵਾਲੀ ਅੱਗ ਆ ਨਾ ਉਹਦੇ ਤੋਂ ਹੀ ਇਹ ਜਿਹੜੇ ਆ ਨਾ ਉਹ ਬਣਾਏ ਗਏ ਆ ਇਹ ਜਿੰਨਾਤ। ਤੇ ਇਸ ਵਾਸਤੇ ਜਿੰਨਾਤ ਜਿਹੜੇ ਆ ਇਹਨਾਂ ਨੂੰ ਪੂਰੇ ਨਿਜ਼ਾਮੇ ਸ਼ਮਸੀ ਦੇ ਵਿੱਚ ਕਿਸੇ ਜਗ੍ਹਾ ਤੇ ਰੁਕਾਵਟ ਨਹੀਂ। ਇਹ ਭਾਵੇਂ ਸੂਰਜ ਦੇ ਤੱਕ ਪਹੁੰਚ ਜਾਣ ਦਾ, ਸੂਰਜ ਦੇ ਵਿੱਚ ਵੀ ਵੜ ਜਾਣਗੇ, ਤੇ ਕਿਉਂਕਿ ਅੱਗ ਦੇ ਵਿੱਚ ਵੜ ਜਾਵੇ ਤੇ ਉਹਨੂੰ ਕੀ ਹੋਣਾ। ਜਿੱਦਾਂ ਅਸੀਂ ਕਹਿੰਦੇ ਸੱਪ ਸੱਪਾਂ 'ਚ ਵੜ ਹੀ ਜਾਂਦਾ, ਤੇ ਲੇਕਿਨ ਬੰਦੇ ਨੂੰ ਵੜਨਾ ਔਖਾ ਹੁੰਦਾ। ਉਹ ਗੱਲ ਹੈ। ਇਹ ਫਿਰ ਉੱਥੇ ਤਾਂ ਹੈਗੇ ਫਿਰਦੇ, ਲੇਕਿਨ ਉਸ ਤੋਂ ਅੱਗੇ ਅੱਲਾਹ ਤਾਲਾ ਨੇ ਇਹਨਾਂ ਦਾ ਜਾਣਾ ਮਮਨੂ ਕਰ ਦਿੱਤਾ, ਉੱਥੇ ਨਹੀਂ ਜਾਂਦੇ। ਤੇ ਇਹ ਫਿਰ ਅੱਲਾਹ ਤਾਲਾ ਫਰਮਾਂਦਾ ਕਿ ਵਾਹਿਫਜ਼ਮ ਮਿਨ ਕੁੱਲ ਸ਼ੈਤਾਨ ਮਾਰਿਦ, ਔਰ ਇਹਨਾਂ ਦੀ ਹਿਫਾਜ਼ਤ ਦਾ ਇੰਤਜ਼ਾਮ ਕੀਤਾ ਹਰ ਸਰਕਸ਼ ਸ਼ੈਤਾਨ ਤੋਂ ਜਿਹੜਾ ਆਪਣੀ ਹੱਦ ਤੋਂ ਅੱਗੇ ਜਾਣ ਦੀ ਕੋਸ਼ਿਸ਼ ਕਰਦਾ ਹੈ ਜਾਂ ਅੱਗੇ ਜਾਣਾ ਚਾਹੁੰਦਾ। ਕਿਉਂ ਜਾਣਾ ਚਾਹੁੰਦਾ ਹੈ? ਅਸਲ ਦੇ ਵਿੱਚ ਅੱਗੇ ਅੱਲਾਹ ਤਾਲਾ ਦਾ ਇੱਕ ਨਿਜ਼ਾਮ ਹੈ, ਅੱਲਾਹ ਦੇ ਫਰਿਸ਼ਤੇ ਆ, ਔਰ ਇਹ ਸਮਝ ਲਓ ਕਿ ਜਿੱਦਾਂ ਫਰਿਸ਼ਤਾ ਸਾਨੂੰ ਨਜ਼ਰ ਨਹੀਂ ਆਉਂਦਾ, ਇੱਦਾਂ ਹੀ ਜਿੰਨ ਵੀ ਸਾਨੂੰ ਨਜ਼ਰ ਨਹੀਂ ਆਉਂਦਾ। ਔਰ ਜਿੰਨ ਔਰ ਫਰਿਸ਼ਤਾ ਜਿਹੜਾ ਨਾ ਇਹਦੇ ਵਿੱਚ ਕਈ ਸਾਰੀਆਂ ਸਾਂਝੀਆਂ ਗੱਲਾਂ ਵੀ ਹੈਗੀਆਂ। ਮਤਲਬ ਜਿੱਦਾਂ ਫਰਿਸ਼ਤਾ ਜਿਹੜਾ ਉਹ ਆਸਮਾਨਾਂ ਤੇ ਜਾ ਸਕਦਾ, ਤੇ ਇਹ ਵੀ ਨਿਜ਼ਾਮੇ ਸ਼ਮਸੀ ਸੂਰਜ ਵਗੈਰਾ ਮਰੀਖ ਜਿਹੜਾ ਜਿਹਨੂੰ ਵੀ ਸੂਰਜ ਦਾ ਖਾਨਦਾਨ ਕਹਿੰਦੇ ਉੱਥੇ ਆਰਾਮ ਨਾਲ ਜਾ ਸਕਦਾ। ਇਹਨਾਂ ਨੂੰ ਕੋਈ ਮਤਲਬ ਹੈ ਕਿ ਆਲਾਤ ਨਾਲ ਲੈ ਕੇ ਜਾਣ ਦੀ ਜ਼ਰੂਰਤ ਨਹੀਂ। ਅੱਛਾ, ਇਸ ਵਾਸਤੇ ਇਹ ਜਿਹੜੇ ਆ ਉੱਥੇ ਪਹੁੰਚਦੇ ਆ, ਤੇ ਇਹ ਉਹ ਅੱਲਾਹ ਤਾਲਾ ਦੇ ਤਰਫੋਂ ਜਦੋਂ ਪ੍ਰੋਗਰਾਮ ਫਰਿਸ਼ਤਿਆਂ ਨੂੰ ਦਿੱਤਾ ਜਾਂਦਾ ਤੇ ਇਹ ਕੋਸ਼ਿਸ਼ ਕਰਦੇ ਆ ਕਿ ਉਥੋਂ ਕੋਈ ਚੀਜ਼ ਇਹਨਾਂ ਨੂੰ ਜਿਹੜਾ ਨਾ ਉਹ ਲੱਭ ਜਾਵੇ। ਅੱਗੇ ਤਾਂ ਜਾ ਨਹੀਂ ਸਕਦੇ, ਲੇਕਿਨ ਉਹਦੇ ਬਿਲਕੁਲ ਸਮਝ ਲਓ ਕਿ ਜਿੱਥੇ ਆਖਰੀ ਹੱਦ ਬਣ ਜਾਂਦੀ ਹੈ ਨਾ, ਜਿੱਥੇ ਤੱਕ ਇਹ ਆਖਰ ਪਹੁੰਚ ਸਕਦੇ ਆ, ਉੱਥੇ ਇਹ ਮੋਰਚੇ ਲਗਾ ਕੇ ਬਹਿ ਜਾਂਦੇ ਆ ਵੀ ਕਿਸੇ ਫਰਿਸ਼ਤੇ ਦੇ ਮੂੰਹ ਚੋਂ ਕੋਈ ਗੱਲ ਨਿਕਲੇਗੀ ਕੋਈ ਏਦਾਂ, ਤੇ ਉਸ ਗੱਲ ਨੂੰ ਲੈ ਕੇ ਤੇ ਅਸੀਂ ਭੱਜ ਕੇ ਉਹ ਜ਼ਮੀਨ ਵਾਲਿਆਂ ਨੂੰ ਪਹੁੰਚਾਵਾਂਗੇ। ਜ਼ਮੀਨ ਤੇ ਫਿਰ ਇਹਨਾਂ ਦੇ ਅੱਗੋਂ ਹੁੰਦੇ ਆ ਨਾ ਰਾਬਤੇ ਇਨਸਾਨਾਂ ਦੇ ਨਾਲ, ਯਾਨੀ ਉਹ ਐਡਵਾਂਸ ਹੀ ਆ ਕੇ ਗੱਲ ਉਹਨਾਂ ਨੂੰ ਦੱਸ ਦੇਵਾਂਗੇ। ਤੇ ਇਹਦੇ ਨਾਲ ਫਿਰ ਜਿਹੜਾ ਨਾ ਉਹ
ਇਹਨਾਂ ਦੀਆਂ ਇਹ ਜ਼ਮੀਨ ਵਾਲਿਆਂ ਦੀਆਂ ਵੀ ਦੁਕਾਨਾਂ ਚੱਲਦੀਆਂ ਨਾ, ਇਹ ਜਿਹੜੇ ਜਿੰਨਾ ਦੇ ਹਵਾਲੇ ਨਾਲ ਕਹਿੰਦੇ ਆ ਜੀ ਸਾਡੇ ਕੋਲ ਮੁਵੱਕਲ ਆ ਤੇ ਫਲਾਨੇ, ਤੇ ਉਹ ਸਾਨੂੰ ਆ ਕੇ ਜਿਹੜਾ ਨਾ ਉਹ ਦੱਸਦੇ ਆ। ਅੱਛਾ, ਇਹਨਾਂ ਨੂੰ ਅੱਲਾ ਨੇ ਇੰਤਜ਼ਾਮ ਕੀਤਾ ਕਿ ਇਹ ਉਹ ਗੱਲਾਂ ਜਿਹੜੀਆਂ ਨਾ ਸੁਣ ਸਕਣ। ਔਰ ਖ਼ਾਸ ਤੌਰ ਤੇ ਜਦੋਂ ਵਹੀ ਨਾਜ਼ਲ ਹੁੰਦੀ ਹੈ ਨਾ, ਜਦੋਂ ਪੈਗੰਬਰ ਦੇ ਉੱਤੇ ਕੋਈ ਪੈਗਾਮ ਨਾਜ਼ਲ ਹੋਣਾ ਹੁੰਦਾ, ਉਸ ਵੇਲੇ ਤੇ ਬਹੁਤ ਪੱਕਾ ਇੰਤਜ਼ਾਮ ਹੁੰਦਾ ਨਾ ਕਿ ਵਿੱਚ ਕੋਈ ਗੜਬੜ ਨਾ ਕਰਨ। ਲੇਕਿਨ ਉਹ ਆਮ ਤੌਰ ਦੇ ਉੱਤੇ ਅਗਰ ਉਹ ਇੰਨਾ ਪੱਕਾ ਨਹੀਂ ਹੁੰਦਾ। ਬਹਰਹਾਲ ਉਹ ਉੱਥੇ ਜਾ ਕੇ ਕੁਝ ਕੋਸ਼ਿਸ਼ ਕਰਦੇ ਆ, ਤੇ ਉਹ ਗੱਲ ਅੱਲਾਹ ਤਾਲਾ ਨੇ ਇੱਥੇ ਦੱਸੀ ਹੈ ਕਿ ਲਾ ਯਸਮਾਊਨਾ ਇਲਲ ਮਾਲਾਇਲ ਆਲਾ, ਇਹ ਸੁਣ ਨਹੀਂ ਸਕਦੇ ਉਹ ਜਿਹੜੀ ਉੱਪਰ ਮਾਲਾਇਲ ਆਲਾ, ਉੱਪਰ ਵਾਲੀ ਜਿਹੜੀ ਮਜਲਿਸ ਹੈ, ਯਾਨੀ ਉਹ ਫਰਿਸ਼ਤਿਆਂ ਦੀ ਮਜਲਿਸ ਦੇ ਵਿੱਚ ਜੋ ਕੁਝ ਵੀ ਹੁੰਦਾ ਹੈ, ਜੋ ਡਿਸਕਸ਼ਨ ਹੁੰਦੀ ਹੈ, ਜ਼ਾਹਿਰ ਹੈ ਉਹ ਆਪੇ ਫਿਰ ਆਪਣੀਆਂ ਡਿਊਟੀਆਂ ਵੰਡਦੇ ਆ, ਫਿਰ ਆਪਣੇ ਆਪਣੇ ਕੰਮਾਂ ਤੇ ਉਹਨਾਂ ਨੇ ਜਾਣਾ ਹੁੰਦਾ, ਤੇ ਉਸ ਟਾਈਮ ਕੋਈ ਗੱਲ ਨਹੀਂ ਸੁਣ ਸਕਦੇ। ਵਯਕਜ਼ਫੂਨਾ ਮਿਨ ਕੁੱਲ ਜਾਨਿਬ, ਔਰ ਹਰ ਤਰਫ ਤੋਂ ਇਹਨਾਂ ਨੂੰ ਜਿਹੜਾ ਨਾ ਮਾਰਿਆ ਜਾਂਦਾ, ਦੂਰ ਕੀਤਾ ਜਾਂਦਾ। ਵਯਕਜ਼ਫੂਨਾ ਮਿਨ ਕੁੱਲ ਜਾਨਿਬ, ਹਰ ਤਰਫੋਂ ਯਾਨੀ ਇਹਨਾਂ ਨੂੰ ਮਾਰ ਪੈਂਦੀ ਹੈ ਤੇ ਦੂਰ ਹਟਾਇਆ ਜਾਂਦਾ ਉਸ ਮੁਕਾਮ ਤੋਂ। ਦਹੂਰਾ, ਦੌੜਾ ਦਿੱਤੇ ਜਾਂਦੇ ਆ, ਭਜਾ ਦਿੱਤੇ ਜਾਂਦੇ ਆ। ਵਲਹੁਮ ਅਜ਼ਾਬੁਮ ਵਾਸਿਬ, ਔਰ ਫਿਰ ਇਸ ਕਿਸਮ ਦੇ ਸ਼ੈਤਾਨ ਜਿਹੜੇ ਆ ਜਿੰਨ, ਇਹਨਾਂ ਵਾਸਤੇ ਇੱਕ ਦਾਇਮੀ ਅਜ਼ਾਬ ਵੀ ਹੈ। ਹੁਣ ਅੱਗੇ ਇੱਕ ਬਾਤ ਅੱਲਾਹ ਫਰਮਾ ਰਿਹਾ, ਇਲਾ ਮਨ ਖਾਤਫਲ ਖਤਫਾ, ਸਵਾਏ ਇਹਦੇ ਕਿ ਉਹਦੇ ਕੰਨ 'ਚ ਕੋਈ ਗੱਲ ਪੈ ਗਈ। ਉਹ ਜਿਵੇਂ ਤੁਸੀਂ ਇਹ ਸਮਝ ਲਓ ਕਿ ਹੁਣ ਨੀਚੇ ਕੋਈ ਚੀਜ਼ ਹੈ, ਮੁਰਗੀ ਦੇ ਬੱਚੇ ਆ, ਉਹ ਆਰਾਮ ਨਾਲ ਨੀਚੇ ਚੁਗ ਰਹੇ ਹੁੰਦੇ, ਉਹਨਾਂ ਦਾ ਮੂੰਹ ਵੀ ਠਾਣ ਹੁੰਦਾ, ਅੱਖਾਂ ਵੀ ਠਾਣ ਹੁੰਦੀਆਂ। ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉੱਤੇ ਕੋਈ ਸ਼ਿਕਰਾ ਬਾਜ਼ ਜਿਹੜਾ ਨਾ ਉਹ ਉਹਨਾਂ ਨੂੰ ਵੇਖ ਰਿਹਾ, ਤੇ ਇੱਕਦਮ ਉਹਨੇ ਜਿਹੜਾ ਨਾ ਉਹ ਝਪੱਟਾ ਮਾਰਨਾ ਤੇ ਬੱਚਾ ਚੱਕ ਕੇ ਤਾਂ ਲੈ ਜਾਣਾ। ਮੁਰਗੀ ਭੱਜੀ ਫਿਰੇਗੀ। ਹੁਣ ਮੁਰਗੀ ਪਿੱਛੇ ਉਹਦੇ ਜਾ ਨਹੀਂ ਸਕਦੀ। ਇਹ ਜਿਹੜਾ ਚੱਕਣਾ ਨਾ ਬੱਚੇ ਦਾ, ਇਹਨੂੰ ਕਹਿੰਦੇ ਉਚਕ ਲੈਣਾ, ਚੱਕ ਕੇ ਨੱਸ ਜਾਣਾ, ਉੱਡ ਜਾਣਾ। ਉਹ ਅੱਲਾਹ ਤਾਲਾ ਫਰਮਾਂਦਾ ਇਲਾ ਮਨ ਖਾਤਫਲ ਖਤਫਾ, ਸਵਾਏ ਇਹਦੇ ਕਿ ਉਹਨਾਂ ਦੇ ਵਿੱਚੋਂ ਕੋਈ ਜਿਹੜਾ ਉਹਨੂੰ ਕੋਈ ਸ਼ੈ ਏਦਾਂ ਹੀ ਲੱਭ ਜਾਏ, ਜਿਵੇਂ ਉਹ ਬਾਜ਼ ਨੂੰ ਥੱਲੇ ਕੋਈ ਸ਼ੈ ਲੱਭ ਗਈ ਹੈ, ਤੇ ਉਹ ਚੱਕ ਕੇ ਉੱਤੇ ਨੱਸਾ, ਤੇ ਹੁਣ ਏਦਾਂ ਹੀ ਇਹ ਫਿਰ ਨੱਸਦਾ। ਜਦੋਂ ਨੱਸਦਾ ਨਾ, ਫਅਤਬਾਹੂ ਸ਼ਿਹਾਬੁਨ ਸਾਕਿਬ, ਤੇ ਉਹਦੇ ਪਿੱਛੇ ਇੱਕ ਮਿਜ਼ਾਈਲ ਆ ਕੇ ਵੱਜਦਾ, ਅੱਗ ਦਾ ਸਮਝ ਲਓ ਕਿ ਅੱਗ ਦਾ ਹਥਿਆਰ, ਉਹ ਆ ਕੇ ਉਹਨੂੰ ਵੱਜਦਾ ਤੇ ਕਰ ਦਿੰਦਾ ਉਹਨੂੰ ਪਾਰ। ਤੇ ਫਰਮਾਇਆ ਕਿ ਇਹ ਅੱਲਾਹ ਤਾਲਾ ਨੇ ਇੰਤਜ਼ਾਮ ਕੀਤਾ ਹੈ, ਲਿਹਾਜ਼ਾ ਇਹ ਸ਼ੈਤਾਨਾਂ ਦੇ ਉੱਤੇ ਤੁਸੀਂ ਇਤਬਾਰ ਕਰਦੇ ਹੋ। ਅਸੀਂ ਉਹ ਸੂਰਾ ਨਮਲ 'ਚ ਵੀ ਪੜ੍ਹਿਆ ਨਾ, ਕਿ ਉਹ ਸੂਰਾ ਨਮਲ 'ਚ ਹੀ ਪੜ੍ਹਿਆ ਸੀ ਗਾਲਬਨ, ਕਿ ਦਾਊਦ अलैहिस्सलाम जिस वेले फौत होया तो उस वेले जिन काम लगे खड़ोते सी, और जिन जिहड़े बाद बड़ा अफसोस करते सी कि किन्नी देर लाठी दी सहारा लैके खड़ोता रहे और असी जिहड़ा ना खपदे रहे। लेकिन अज साडे इत्थे लोकी जिहड़े जिन्हां दी गल्लां ते बड़ा एतबार करदे, ते अल्लाह ताला कहंदा अक्सर झूठे हुंदे है। फ़अतबाउ शिहाबुन साकिब फस्तफ्तिहिम, ते नबी सल्लल्लाहु अलैहि वसल्लम इन्हां को पूछो, किन्हां को पूछो, ये जेड़े मुशरक है इन्हां को पूछो कि
फस्तफ्तिहिम, इन्हां को पुछो, अहुम अशद्दु खलकन अम मन खलकना, क्या उन्हां नू बनाना ਜਿਹੜਾ ਉਹ ਜ਼ਿਆਦਾ ਮੁਸ਼ਕਿਲ ਹੈ, ਜਾਂ ਇਹ ਜੋ ਕੁਛ ਅਸੀਂ ਬਣਾਇਆ, ਜਿੰਨ ਬਣਾਏ ਆ, ਫਰਿਸ਼ਤਿਆਂ ਦਾ ਨਿਜ਼ਾਮ ਬਣਾਇਆ, ਫਿਰ ਕਿਸ ਤਰ੍ਹਾਂ ਹਿਫਾਜ਼ਤ ਕਰ ਰਹੇ ਆ, ਯਾਨੀ ਇਹ ਨਿਜ਼ਾਮ ਸੌਖਾ ਜਾਂ ਬੰਦਾ ਬਣਾਉਣਾ ਸੌਖਾ? ਅਸਲ ਦੇ ਚੋਂ ਕਹਿੰਦੇ ਸੀ ਨਾ ਕਿ ਮਰ ਗਏ, ਮਿੱਟੀ ਹੋ ਗਏ, ਕੌਣ ਬਣਾਏਗਾ, ਕਿੱਦਾਂ ਬਣਾਏਗਾ, ਸਾਨੂੰ ਦੁਬਾਰਾ ਕਿੱਦਾਂ ਉਠਾਏਗਾ, ਅਸੀਂ ਆਖਰਤ ਦੇ ਉੱਤੇ ਈਮਾਨ ਕਿੱਦਾਂ ਲਿਆਈਏ, ਸਾਨੂੰ ਸਮਝ ਨਹੀਂ ਆਉਂਦੀ ਹੈ। ਤਾਂ ਅੱਲਾ ਨੇ ਇਹ ਦੱਸਿਆ ਕਿ ਇਹ ਨਿਜ਼ਾਮ ਜ਼ਰਾ ਦੇਖੋ, ਇਹ ਆਪੇ ਹੀ ਚੱਲ ਗਿਆ, ਇਹ ਆਪੇ ਚੱਲ ਰਿਹਾ, ਇਹ ਕਿੱਦਾਂ ਪੇਚੀਦਾ ਨਿਜ਼ਾਮ ਆ ਜਿਹੜਾ ਅੱਲਾ ਨੇ ਬਣਾਇਆ। ਇੰਨਾ ਖਲਕਨਾਹੁਮ ਮਿਨ ਤੀਨ ਲਾਜ਼ਿਬ, ਔਰ ਬੇਸ਼ੱਕ ਅਸੀਂ ਇਹਨਾਂ ਨੂੰ ਪੈਦਾ ਕੀਤਾ। ਹੁਣ ਉਹ ਕਹਿੰਦੇ ਨਾ ਵੀ ਕਿੱਦਾਂ ਪੈਦਾ ਕੀਤਾ ਜਾਂਦਾ, ਤੇ ਉਹ ਹੁਣ ਇੱਕ ਮਿਸਾਲ ਤੇ ਦਿੱਤੀ ਕਿ ਆ ਜਿਹੜਾ ਸਾਡਾ ਫਰਿਸ਼ਤਿਆਂ ਦਾ ਤੇ ਨਿਜ਼ਾਮ ਹੈ, ਆਸਮਾਨ ਜ਼ਮੀਨ ਦਾ, ਔਰ ਫਿਰ ਉਹਦੀ ਹਿਫਾਜ਼ਤ ਦਾ, ਇਹ ਤੁਸੀਂ ਕੀ ਕਹਿੰਦੇ ਹੋ ਕਿ ਐਵੇਂ ਛੋਟਾ ਜਿਹਾ ਕੰਮ ਤੇ ਤੁਹਾਨੂੰ ਬਣਾਉਣਾ ਕੋਈ ਬਹੁਤ ਔਖਾ ਕੰਮ ਆ। ਹੁਣ ਇੱਕ ਦੂਸਰੀ ਗੱਲ ਕਹੀ, ਇੰਨਾ ਖਲਕਨਾਹੁਮ ਮਿਨ ਤੀਨ ਲਾਜ਼ਿਬ, ਬੇਸ਼ੱਕ ਅਸੀਂ ਉਹਨਾਂ ਨੂੰ ਪੈਦਾ ਕੀਤਾ ਚਿਪ ਚਪਾਉਂਦੀ ਮਿੱਟੀ, ਚਿੰਬੜਨ ਵਾਲੀ, ਜਿਹਦੇ ਚਿਪ ਪੈਦਾ ਹੋ ਜਾਏ ਨਾ, ਉਹ ਜਿੱਦਾਂ ਕਹਿੰਦੇ ਆ ਕਿ ਉਹ ਗੂੰਦ ਜਿਹੜੀ ਹੁੰਦੀ ਹੈ ਉਹ ਚਿੰਬੜਦੀ ਹੈ, ਇਸ ਤਰ੍ਹਾਂ ਮਤਲਬ ਹੈ ਮਿੱਟੀ ਦੇ ਵਿੱਚ ਲੇਸਦਾਰ ਮਿੱਟੀ ਤੋਂ ਅਸੀਂ ਪੈਦਾ ਕੀਤਾ। ਬਲ ਅਜਿਬਤਾ ਵ ਯਸਖरून, ਤੇ ਤੁਸੀਂ ਤੇ ਤਾਜਬ ਕਰਦੇ ਹੋ, ਯਾਨੀ ਨਬੀ ਸੱਲੱਲਾਹੁ ਅਲੈहि ਵਸੱਲਮ ਨੂੰ ਕਿਹਾ ਜਾ ਰਿਹਾ ਵੀ ਤੁਹਾਨੂੰ ਤੇ ਤਾਜਬ ਹੁੰਦਾ ਕਿ ਯਾਰ ਐਨੀ ਸਿੱਧੀ ਗੱਲ ਹੈ, ਪਰ ਇਹ ਲੋਕ ਕਿਉਂ ਨਹੀਂ ਮੰਨਦੇ। ਜਿੱਦਾਂ ਅਸੀਂ ਕਹਿੰਦੇ ਯਾਰ ਇਹਦੇ ਵਿੱਚ ਕਿਹੜਾ ਫਲਸਫਾ ਹੈ, ਇਹਦੇ ਵਿੱਚ ਕਿਹੜੀ ਰਾਕਟ ਸਾਇੰਸ ਹੈ, ਗੱਲ ਤੇ ਸਿੱਧੀ ਜਿਹੀ ਹੈ, ਔਰ ਅੱਲਾ ਨੇ ਸਮਝਾ ਦਿੱਤੀ ਹੈ। ਹੁਣ ਤੁਸੀਂ ਇਹ ਬਹਿਸ ਨੂੰ ਤਾਂ ਛੱਡੋ ਨਾ ਕਿ ਵੀ ਜੀ ਕਿੱਦਾਂ ਪੈਦਾ ਕਰੇਗਾ ਤੇ ਕੌਣ ਪੈਦਾ ਕਰੇਗਾ, ਤੇ ਫਰਮਾਇਆ ਕਿ ਬਲ ਅਜਿਬਤਾ, ਤੁਹਾਨੂੰ ਤੇ ਇਹਨਾਂ ਦਾ ਇਹ ਰਵੱਈਆ ਅਜੀਬ ਲੱਗਦਾ ਹੈ, ਮੁਸ਼ਰਿਕੀਨ ਦਾ ਇਨਕਾਰ, ਵ ਯਸਖरून, ਪਰ ਉਹ ਜਿਹੜੇ ਆ ਉਹ ਕਰਦੇ ਆ ਮਸਖਰੇ, ਮਜ਼ਾਕ, ਉਹਨਾਂ ਨੂੰ ਮਜ਼ਾਕ ਸੁੱਝਦਾ ਹੈ। ਇੱਕ ਦੂਸਰੇ ਨੂੰ ਫਿਰ ਕਹਿੰਦੇ ਆ, ਹਾਂ ਬਚ ਬਈ ਬਚ, ਪਤਾ ਨਹੀਂ ਕਿਹੜੇ ਵੇਲੇ ਕਿਆਮਤ ਆ ਜਾਏ, ਔਰ ਤੇਰੇ ਪਿਓ ਦਾਦੇ ਵੀ ਜਿਹੜੇ ਨਾ ਉਹ ਦੁਬਾਰਾ ਇੱਥੇ ਤੁਰੇ ਫਿਰਨਗੇ ਆ ਕੇ, ਇਸ ਤਰ੍ਹਾਂ ਮਜ਼ਾਕ। ਵੈਜ਼ਾ ਜ਼ੁਕਰੂ ਲਾ ਯਜ਼ਕੁरून, ਔਰ ਜਦੋਂ ਉਹਨਾਂ ਨੂੰ ਨਸੀਹਤ ਕੀਤੀ ਜਾਂਦੀ ਹੈ ਕਿ ਠੀਕ ਹੋ ਜਾਓ, ਇਨਸਾਨ ਬਣੋ, ਏਦਾਂ ਨਾ ਕਰੋ, ਇਹ ਤੁਹਾਡੇ ਗਲ ਪੈ ਜਾਏਗਾ ਵਬਾਲ ਬਣ ਕੇ, ਉਹ ਨਸੀਹਤ ਨਹੀਂ ਲੈਂਦੇ। ਵੈਜ਼ਾ ਰਾਉ ਆਯਤਨ ਯਸਤਸਖਿरून, ਔਰ ਜਿਸ ਵੇਲੇ ਵੀ ਕੋਈ ਇਹ ਨਿਸ਼ਾਨੀ ਵੇਖਣ ਤੇ ਇਹ ਅੱਗੋਂ ਜਿਹੜਾ ਨਾ ਉਹ ਹੱਸਣ ਲੱਗ ਪੈਂਦੇ ਆ, ਸ਼ੁਗਲ ਬਣਾਉਣ ਲੱਗ ਪੈਂਦੇ ਆ, ਨਿਸ਼ਾਨੀ ਉਹਦਾ ਸ਼ੁਗਲ ਬਣਾਉਣ ਲੱਗ ਪੈਂਦੇ ਆ। ਇਹ ਗੱਲ, ਵਕਾਲੂ ਇਨ ਹਾਜ਼ਾ ਇਲਾ ਸਿਹਰੁਮ ਮੁਬੀਨ, ਔਰ ਇਹ ਕਹਿੰਦੇ ਆ ਕਿ ਇਹ ਤਾਂ ਇੱਕ ਬਿਲਕੁਲ ਖੁੱਲਾ ਜਾਦੂ ਹੀ ਹੈ, ਯਾਨੀ ਇਹ ਤਾਂ ਕੋਈ ਫਿਰ ਜਾਦੂ ਦਾ ਹੀ ਕਮਾਲ ਹੈ ਕਿ ਮਰੇ ਵੀ ਜ਼ਿੰਦਾ ਕਰਦਾ ਹੋ ਜਾਣਗੇ। ਆਇਜ਼ਾ ਮਿਤਨਾ, ਕਿਆ ਜਦੋਂ ਅਸੀਂ ਮਰ ਗਏ, ਵਕੁੰਨਾ ਤੁਰਾਬਨ ਵ ਇਜ਼ਾਮਾ, ਅਸੀਂ ਹੋ ਗਏ ਮਿੱਟੀ ਤੇ ਹੱਡੀਆਂ, ਇੰਨਾ ਲਮਬੂਸੂਨ, ਤੇ ਸਾਨੂੰ ਫਿਰ ਜਿਹੜਾ ਉਹ ਖੜਾ ਕਰ ਦਿੱਤਾ ਜਾਏਗਾ, ਯਾਨੀ ਕਿਆ ਸਾਨੂੰ ਆਇਨਾ ਲਮਬੂਸੂਨ, ਕਿਆ ਸਾਨੂੰ ਫਿਰ ਖੜਾ ਕਰ ਦਿੱਤਾ ਜਾਏਗਾ, ਫਿਰ ਬਣਾ ਦਿੱਤਾ ਜਾਏਗਾ। ਆਵਾ ਆਬਾਉਨਾ ਲਵਲੂਨ, ਕਿਆ ਸਾਡੇ ਪਹਿਲੇ ਪਿਓ ਦਾਦੇ ਵੀ ਹੋਣਗੇ, ਉਹ ਵੀ ਬਣ ਕੇ ਆ ਜਾਣਗੇ। ਕੁੱਲ, ਯਾਨੀ ਇਹ ਉਹ ਮਜ਼ਾਕ ਕਰਦੇ ਆ। ਕੁੱਲ, ਐ ਨਬੀ ਸੱਲੱਲਾਹੁ ਅਲੈहि ਵਸੱਲਮ ਇਹਨਾਂ ਨੂੰ ਕਹਿ ਦਿਓ, ਨਾਮ ਵ ਅੰਤੁਮ ਦਾਖਿरून, ਹਾਂ ਤੁਹਾਡੇ ਪਿਓ ਦਾਦੇ ਵੀ ਜਿਹੜਾ ਉਹ ਦੁਬਾਰਾ ਬਣਨਗੇ, ਔਰ ਫਿਰ ਤੁਹਾਨੂੰ ਜ਼ਲੀਲੋ ਖੁਆਰ ਵੀ ਕੀਤਾ ਜਾਏਗਾ, ਕਿਉਂਕਿ ਤੁਸੀਂ ਅੱਜ ਮੰਨ ਨਹੀਂ ਰਹੇ ਨਾ, ਤੇ ਫਿਰ ਇਹਦੀ ਸਜ਼ਾ ਵੀ ਤੁਹਾਨੂੰ ਭੁਗਤਣੀ ਪੈਗੀ ਜਦੋਂ ਉਹ ਦੁਬਾਰਾ ਪੈਦਾ ਹੋ ਜਾਓਗੇ। ਫਇੰਨਮਾ ਹਿਯ ਜ਼ਜਰਤੁਨ ਵਾਹਿਦਾ,
ਇਹ ਕੋਈ ਲੰਮਾ ਚੌੜਾ ਕੰਮ ਨਹੀਂ, ਇਹ ਤਾਂ ਇੱਕ ਹੀ ਲਲਕਾਰ, ਇੱਕ ਹੀ ਚੀਖ ਚੰਗਾੜ। ਉਹ ਸੂਰ ਦੇ ਵਿੱਚ ਫੂਕ ਜਿਹੜੀ ਹੈ ਨਾ, ਉਹ ਬੜੀ ਜ਼ੋਰਦਾਰ ਆਵਾਜ਼ ਹੋਏਗੀ। ਪਹਿਲਾਂ ਤਾਂ ਹਲਕੀ ਹੋਏਗੀ, ਫਿਰ ਉਹ ਤੇਜ਼ ਹੁੰਦੀ ਜਾਏਗੀ, ਇੱਥੋਂ ਤੱਕ ਹੋ ਜਾਏਗੀ ਉਹ ਸੂਰ ਦੀ ਆਵਾਜ਼ ਦੇ ਨਾਲ ਹੀ ਸਾਰੀ ਤਬਾਹੀ ਆ ਜਾਏਗੀ। ਔਰ ਫਿਰ ਸੂਰ ਦੀ ਆਵਾਜ਼ ਦੇ ਨਾਲ ਹੀ ਉਹ ਸਾਰੇ ਉੱਠਣਗੇ। ਤੇ ਫਰਮਾਇਆ ਇਹ ਤਾਂ ਇੱਕ ਬਸ ਲਲਕਾਰ ਹੋਏਗੀ। ਫੈਜ਼ਾ ਹੁਮ ਯੰਜ਼ੁरून, ਤੇ ਬਸ ਉਹ ਖੜੋਤੇ ਸਭ ਕੁਝ ਦੇਖ ਰਹੇ ਹੋਣਗੇ, ਸਾਰਾ ਕੁਝ ਅੱਖਾਂ ਦੇ ਸਾਹਮਣੇ ਹੋਏਗਾ। ਜਿਹੜਾ ਕੱਲ ਕਹਿੰਦੇ ਕਿੰਨੀ ਦੇਰ ਲੱਗੇਗੀ, ਕੌਣ ਬਣਾਏਗਾ, ਕਦੋਂ ਬਣਾਏਗਾ। ਵਕਾਲੂ ਯਾ ਵੈਲਤਨਾ, ਔਰ ਜਿਸ ਵੇਲੇ ਵੇਖਣਗੇ ਤੇ ਕਹਿਣਗੇ ਹਾਏ ਸਾਡੀ ਬਦਕਿਸਮਤੀ, ਹਾਜ਼ਾ ਯੌਮੁद्दीन, ਇਹ ਆ ਗਿਆ ਬਦਲੇ ਦਾ ਦਿਨ। ਅਸੀਂ ਤੇ ਇਹਨੂੰ ਐਵੇਂ ਹੀ ਸਮਝਿਆ ਸੀ, ਤੇ ਇਹ ਤਾਂ ਆ ਗਿਆ ਹਿਸਾਬ ਦਾ ਦਿਨ। ਹਾਜ਼ਾ ਯੌਮੁਲ ਫਸਲ ਅੱਲਜ਼ੀ ਕੁੰਤੁਮ ਬਿਹੀ ਤੁਕਜ਼ਿਬੂਨ। ਹਾਂ, ਫਿਰ ਉਹਨਾਂ ਨੂੰ ਇਹ ਆਖਿਆ ਜਾਏਗਾ ਇਹੋ ਹੀ ਦਿਨ ਫੈਸਲੇ ਦਾ ਜਿਹਨੂੰ ਤੁਸੀਂ ਝੂਠ ਸਮਝਦੇ ਸੀ, ਸੱਚ ਨਹੀਂ ਸਮਝਦੇ ਸੀ। ਉਹ ਸ਼ੁਰੁਲ ਲਜ਼ੀਨ ਜ਼ਾਲਮੂ ਵਾਜ਼ਵਾਜਹੁਮ, ਹੁਕਮ ਹੋਏਗਾ ਜਮਾ ਕਰ ਲਓ ਇਹ ਜ਼ਾਲਮਾਂ ਨੂੰ, ਔਰ ਜਿਹੜੇ ਵੀ ਇਹਨਾਂ ਵਰਗੇ ਆ, ਜਿਹੜੇ ਵੀ ਇਹਨਾਂ ਮਤਲਬ ਇਸ ਕੈਟੇਗਰੀ ਦੇ ਜਿੰਨੇ ਵੀ ਆ, ਇਹਨਾਂ ਸਭ ਨੂੰ ਜਮਾ ਕਰ ਲਓ। ਵਮਾ ਕਾਨੂ ਯਾਬੁਦੂਨ, ਔਰ ਉਹਨਾਂ ਨੂੰ ਵੀ ਕਰ ਲਓ ਜਿਨ੍ਹਾਂ ਦੀ ਇਹ ਪਰਸਤਿਸ਼ ਕਰਦੇ ਸੀ, ਉਹਨਾਂ ਨੂੰ ਵੀ ਸੱਦ ਲਓ। ਮਿਨ ਦੂਨਿल्लाह, ਅੱਲਾਹ ਤੋਂ ਇਲਾਵਾ। ਹੁਣ ਇਹਦੇ ਵਿੱਚ ਇਹ ਸਮਝ ਲਓ ਕਿ ਇੱਕ ਤੇ ਕਿਸੇ ਪੈਗੰਬਰ ਦੀ ਨੂੰ ਮਤਲਬ ਅੱਲਾ ਦਾ ਬੇਟਾ ਬਣਾ ਲਿਆ, ਜਿਵੇਂ ਈਸਾ अलैहिस्सलाम ਨੂੰ ਬਣਾ ਲਿਆ। ਦੂਸਰਾ ਇਹ ਹੈ ਵੀ ਕਿਸੇ ਅੱਲਾਹ ਤਾਲਾ ਦੇ ਨੇਕ ਬੰਦੇ ਨੂੰ, ਹੁਣ ਉਹ ਤੇ ਨੇਕ ਫੌਤ ਹੋ ਗਿਆ, ਚਲਾ ਗਿਆ ਦੁਨੀਆ 'ਚ, ਜਾਂ ਉਹਦੇ ਸਾਹਮਣੇ ਵੀ ਉਹਨੂੰ ਕੋਈ ਕਹਿੰਦਾ ਸੀ ਤੇ ਉਹਨੇ ਉਸ ਗੱਲ ਦੀ ਤਾਈਦ ਨਹੀਂ ਕੀਤੀ। ਜਿੱਦਾਂ ਤੁਹਾਨੂੰ ਪਤਾ ਕਿ ਹਜ਼ਰਤ ਅਲੀ ਰਜ਼ੀ ਅੱਲਾਹ ਤਾਲਾ ਨੂੰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੁਝ ਲੋਕ ਕਹਿੰਦੇ ਸੀ ਕਿ ਅਸੀਂ ਤੈਨੂੰ ਅੱਲਾਹ ਮੰਨਦੇ ਹਾਂ। ਅਲੀ ਰਜ਼ੀ ਅੱਲਾਹ ਤਾਲਾ ਨੇ ਉਹਨਾਂ ਨੂੰ ਜਲਾਵਾ ਦਿੱਤਾ, ਕਤਲ ਕਰਾਤਾ, ਅੱਗ ਲਵਾ ਦਿੱਤੀ, ਅੱਗ 'ਚ ਸੁਟਾ ਦਿੱਤਾ। ਹੁਣ ਗੁੰਮਰਾਹ ਜਿਹੜੇ ਲੋਕ ਹੁੰਦੇ ਆ ਨਾ, ਉਹ ਆਪ ਨਹੀਂ ਗੁੰਮਰਾਹ ਹੁੰਦੇ, ਹੋਰਾਂ ਨੂੰ ਵੀ ਕਰਦੇ ਆ। ਉਹਨਾਂ ਨੇ ਕਿਹਾ ਅੱਗ ਦਾ ਅਜ਼ਾਬ ਅੱਲਾ ਹੀ ਦਿੰਦਾ, ਅਸੀਂ ਤੇਰੇ ਅਜ਼ਾਬ ਨੂੰ ਮੰਨ ਲਿਆ। ਯਾ ਬਸ ਇੱਕ ਗੁੰਮਰਾਹ। ਹੁਣ ਇਹ ਦੇਖਣ ਵਾਲਿਆਂ 'ਚ ਕਿੰਨੇ ਲੋਕ ਗੁੰਮਰਾਹ ਹੋਏ ਹੋਣਗੇ, ਠੀਕ ਹੈ ਨਾ। ਤੇ ਇਹ 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 ਜਿਹੜੇ ਲੋਕ ਆ ਨਾ, ਇਹਨਾਂ ਦੀ ਗੱਲ ਨਹੀਂ ਹੋ ਰਹੀ। ਉਹ ਜਿਹੜੇ ਝੂਠੇ ਪੀਰ, ਝੂਠੀਆਂ ਤਸੱਲੀਆਂ ਦਿੱਤੀਆਂ ਗਈਆਂ, ਝੂਠੇ ਮੁਰਸ਼ਦ ਹੈਂ, ਜਿਨ੍ਹਾਂ ਨੇ ਇਹ ਗੱਲਾਂ ਉਹਨਾਂ ਨੂੰ ਦਸੀਆਂ ਕਿ ਬਈ ਨਹੀਂ, ਤੂੰ ਸਾਨੂੰ ਫਿਕਰ ਦੀ ਲੋੜ ਨਹੀਂ, ਕਿਉਂਕਿ ਤੁਸੀਂ ਸਾਡੀ ਮੁਰੀਦ ਹੋ, ਤੁਹਾਨੂੰ ਅਸੀਂ ਛੁਡਾ ਲੈਣਾ, ਅਸੀਂ ਉੱਥੇ ਤੁਹਾਡੀ ਸਿਫਾਰਿਸ਼ ਕਰ ਦੇਣੀ ਆ। ਤੇ ਅੱਲਾ ਕਹੇਗਾ ਸੱਦ ਲਓ ਉਹਨਾਂ ਨੂੰ ਜਿਨ੍ਹਾਂ ਨੂੰ ਇਹ ਪੂਜਦੇ ਸੀ, ਮਿਨ ਦੂਨਿल्लाह, ਅੱਲਾ ਤੋਂ ਇਲਾਵਾ। ਫਹਦੂਹਮ ਇਲਾ ਸਿਰਾਤਿਲ ਜਹੀਮ, ਇਹਨਾਂ ਨੂੰ ਰਾਹ ਲਾਓ ਜਹੰਨਮ ਦੀ ਰਾਹ ਲਾਓ, ਇਹਨਾਂ ਨੂੰ ਉਧਰ ਨੂੰ ਟੋਰੋ। ਅੱਛਾ, ਜਦੋਂ ਹੁਕਮ ਹੋਏਗਾ ਤੇ ਉਹ ਟੁਰ ਪੈਣਗੇ, ਕਿਉਂਕਿ ਉੱਥੇ ਤਾਂ ਕੋਈ ਗੱਲ ਹੀ ਨਹੀਂ ਹੈਗੀ ਕਿ ਨਾ ਕਰਨ ਜਾਂ ਅੱਗਾ ਪਿੱਛਾ ਦੇਖਣ। ਟੁਰ ਪੈਣਗੇ ਜਹੰਨਮ ਵਾਲੇ ਪਾਸੇ। ਥੋੜਾ ਜਿਹਾ ਟੁਰਨ ਤੋਂ ਬਾਅਦ ਅੱਲਾ ਕਹੇਗਾ ਰੋਕੋ ਇਹਨਾਂ ਨੂੰ ਜ਼ਰਾ, ਇਨਹੁਮ ਮਸਊਲੂਨ, ਇਹਨਾਂ ਕੋਲੋਂ ਕੁਝ ਪੁੱਛਣਾ ਵਾ। ਹੁਣ ਉਹ ਪੁੱਛਣਾ ਕੀ ਹੈ? ਮਾ ਲਕੁਮ ਲਾ ਤਨਾਸरून, ਉਹ ਜਿਵੇਂ ਕਹਿੰਦੇ ਆ ਕਿ ਹੁਣ ਧੌਣਾ ਸਿੱਟ ਕੇ ਤੇ ਜਹੰਨਮ ਵੱਲ ਟੁਰ ਪਏ ਹੋ, ਤੇ ਉੱਥੇ ਦੁਨੀਆ 'ਚ ਤੁਸੀਂ ਕਹਿੰਦੇ ਸੀ ਕਿ ਅਸੀਂ ਤੁਹਾਨੂੰ ਜਹੰਨਮ ਨਹੀਂ ਜਾਣ ਦਿੰਦੇ, ਅਸੀਂ ਤੁਹਾਡੀ ਸਿਫਾਰਿਸ਼ ਕਰ ਦੇਵਾਂਗੇ, ਤੇ ਹੁਣ ਤੁਸੀਂ ਇੱਕ ਦੂਸਰੇ ਦੀ ਮਦਦ ਕਿਉਂ ਨਹੀਂ ਕਰਦੇ? ਯਾਨੀ ਜਿਹੜੇ ਪੂਜਾ ਕਰਦੇ ਸੀ ਤੇ ਜਿਨ੍ਹਾਂ ਦੀ ਪੂਜਾ ਕਰਦੇ ਸੀ ਉਹ ਉੱਥੇ ਹੈ ਨਾ। ਹੁਣ ਉਹ ਅੱਲਾ ਪੁੱਛੇਗਾ ਕਿ ਹੁਣ ਤੁਸੀਂ ਇੱਕ ਦੂਸਰੇ ਦੀ ਮਦਦ ਕਿਉਂ ਨਹੀਂ ਕਰਦੇ, ਜਦੋਂ ਕਿ ਦੁਨੀਆ 'ਚ ਤੁਹਾਡਾ ਤਸੱਵਰ ਜਿਹੜਾ ਇਹ ਸੀਗਾ, ਅਕੀਦਾ ਤੁਹਾਡਾ ਇਹ ਸੀਗਾ ਕਿ ਸਾਡੀ ਜਿਹੜੀ ਆ ਉਹ ਫਲਾਨਾ ਮਦਦ ਕਰਦਾ ਹੈਗਾ, ਅਸੀਂ ਉਹਦੀ ਪੂਜਾ ਕਰਦੇ ਹਾਂ। ਤੇ
फरमाया मा लकुम ला तनासरून, की होया, की हुण की गल है। यानी ਉਹ ਜਿਹੜੀ ਗੱਲ ਤੁਸੀਂ ਉੱਥੇ ਕਹਿੰਦੇ ਸੀ, ਹੁਣ ਤੁਸੀਂ ਉੱਤੇ ਅਮਲ ਕਿਉਂ ਨਹੀਂ ਕਰਦੇ, ਇੱਕ ਦੂਸਰੇ ਦੀ ਮਦਦ ਕਿਉਂ ਨਹੀਂ ਕਰਦੇ, ਧੌਣਾ ਸਿੱਟ ਕੇ ਜਹੰਨਮ ਨੂੰ ਟੁਰੇ ਜਾਂਦੇ ਹੋ। ਬਲ ਹੁਮੁਲ ਯੌਮ ਮੁਸਤਸਲਿਮੂਨ, ਲੇਕਿਨ ਅੱਜ ਉਹਨਾਂ ਦੇ ਸਿਰ ਸਿੱਟੇ ਹੋਏ ਹੋਣਗੇ, ਬਿਲਕੁਲ ਚੁੱਪਚਾਪ ਫਰਮਾ ਬਰਦਾਰ। ਹੈਂ, ਅੱਜ ਅੱਗੋਂ ਕੁਛ ਵੀ ਨਹੀਂ ਬੋਲਣਗੇ। ਉਹ ਜਿਹੜੇ ਮਜ਼ਾਕ ਕਰਦੇ ਸੀ ਇੱਥੇ ਦੁਨੀਆ 'ਚ ਕਰਦੇ ਸੀ, ਹੁਣ ਤਾਂ ਗੱਲ ਹੋ ਗਈ ਕਲੀਅਰ। व अकबल बाज़ुहुम अला बाज़िन यतसाअलून, और फिर जिस वेले ਇਹ ਗੱਲ ਉਹਨਾਂ ਨੂੰ ਕਹੀ ਜਾਏਗੀ ਤੇ ਉਹਨਾਂ ਦੇ ਵਿੱਚੋਂ ਇੱਕ ਦੂਸਰੇ ਵੱਲ ਦੇਖੇਗਾ और पूछेगा। वाकबाल बाज़ुहुम अला बाज़िन यतसाअलून, ਉਹ ਇੱਕ ਦੂਸਰੇ ਵੱਲ ਵੇਖ ਕੇ, ਯਾਨੀ ਜ਼ਾਹਿਰ ਹੈ ਜਿਹੜੇ ਪੂਜਾ ਕਰਦੇ ਹੁੰਦੇ ਸੀ ਤੇ ਜਿਹੜੇ ਪੂਜਾ ਕਰਾਉਂਦੇ ਹੁੰਦੇ ਸੀ ਆਪਦੀ, ਉਹ ਹੁਣ ਉਧਰ ਕਹਿਣਗੇ ਮੂੰਹ ਕਰਕੇ ਜਿਨ੍ਹਾਂ ਦੀ ਪੂਜਾ ਕਰਦੇ ਸੀ, ਪੂਜਾ ਕਰਨ ਵਾਲੇ। ਕਾਲੂ ਇਨਕੁਮ ਕੁੰਤੁਮ ਤਾਤੂਨਾ ਅਨਿਲ ਯਮੀਨ, ਤੇ ਉਹ ਕਹਿਣਗੇ ਤੁਸੀਂ ਸੀ ਜਿਹੜੇ ਸਾਡੇ ਤੇ ਬੜੇ ਦਬਦਬੇ ਦੇ ਨਾਲ ਆਉਂਦੇ ਸੀ, ਬੜਿਆ ਪਗੜ ਬੰਨੇ ਤੇ ਐਨ ਮਤਲਬ ਇਹ ਆ ਕਿ ਕਲਫਾਂ ਲੱਗੀਆਂ ਹੋਈਆਂ ਤੇ ਪੀਰ ਸਾਹਿਬ ਆਏ ਆ, ਹੈਂ ਬਸ ਜਿਹਨੇ ਪੀਰ ਫੜ ਲਿਆ ਉਹ ਜੰਨਤ ਚਲਾ ਗਿਆ। ਉਹਨੂੰ ਅੱਲਾ ਨੇ ਪੁੱਛਣਾ ਹੀ ਨਹੀਂਗਾ। ਜਿਹੜਾ ਜਦੋਂ ਗੌਸਲੇ ਆਜ਼ਮ ਦੇ ਧੋਬੀ ਨੂੰ ਨਹੀਂ ਪੁੱਛਦਾ ਤੇ ਉਹਨੂੰ ਏਦਾਂ ਹੀ ਇਹਨਾਂ ਨੂੰ ਵੀ ਨਹੀਂ ਪੁੱਛਣਾ। ਯਾਨੀ ਤੁਸੀਂ ਬੜੀ ਸ਼ਾਨ ਬਣਾ ਕੇ ਆਉਂਦੇ ਸੀਗੇ, ਸਾਡੇ ਤੇ ਦਬਦਬਾ ਪਾਉਂਦੇ ਸੀਗੇ, ਤੇ ਅਸੀਂ ਉਸ ਦਬਦਬੇ ਤੋਂ ਫਿਰ ਮੁਤਾਸਰ ਹੋ ਗਏ ਕਿ ਤੁਹਾਨੂੰ ਪੀਰ ਮੰਨ ਲਿਆ। ਕਾਲੂ, ਤੇ ਉਹ ਹੁਣ ਅੱਗੋਂ ਕਹਿਣਗੇ ਜਿਨ੍ਹਾਂ ਦੀ ਪੂਜਾ ਕਰਦੇ ਰਹੇ, ਬਲ ਲਮ ਤਕੂਨੂ ਮੁਅਮਿਨੀਨ, ਅਸਲ ਗੱਲ ਇਹ ਹੈ ਕਿ ਤੁਸੀਂ ਈਮਾਨ ਵਾਲੇ ਹੈ ਹੀ ਨਹੀਂ ਸੀਗੇ। ਯਾਨੀ ਤੁਸੀਂ ਈਮਾਨ ਲਿਆਉਣ ਵਾਲੇ ਹੈ ਹੀ ਨਹੀਂ ਸੀਗੇ, ਤੁਹਾਡੀ ਕੋਈ ਚਾਹਤ ਹੀ ਨਹੀਂ ਸੀ ਕਿ ਅਸੀਂ ਜਿਹੜਾ ਨਾ ਈਮਾਨ ਲੈ ਆਈਏ ਜਾਂ ਅਸੀਂ ਸੱਚੀ ਗੱਲ ਜਿਹੜੀ ਆ ਉਹਦੇ ਤੱਕ ਜਿਹੜਾ ਨਾ ਪਹੁੰਚੀਏ। ਜਿੱਦਾਂ ਮੈਂ ਕਹਿੰਦਾ ਹੁੰਦਾ, ਅੱਲਾ ਦੇ ਬੰਦਿਓ, ਅੱਜ ਸਾਡੇ ਕੋਲ ਸੱਚ ਤੱਕ ਪਹੁੰਚਣ ਵਾਸਤੇ ਅੱਲਾ ਦਾ ਕੁਰਾਨ ਹੈ, ਲੇਕਿਨ ਇਹ ਬਦਬਖਤ ਕੌਮ ਜਿਹੜਾ ਨਾ ਸਾਰੀ ਜ਼ਿੰਦਗੀ ਕੱਢ ਦੇਗੀ, ਕੁਰਾਨ ਨਹੀਂ ਸਿੱਖੇਗੀ, ਕੁਰਾਨ ਨਹੀਂ ਸਿੱਖੇਗੀ, ਤੇ ਫਿਰ ਇਹ ਜ਼ਿੰਦਗੀ, ਇਹ ਜਿਹਨੂੰ ਜੰਨਤ ਸਮਝਦੇ ਆ, ਉਹ ਕਿਸੇ ਮੌਲਵੀ ਨੇ ਦੱਸੀ ਹੋਏਗੀ। ਔਰ ਜ਼ਾਹਿਰ ਗੱਲ ਹੈ ਕਿ ਜੇ ਉਹ ਬਰੇਲਵੀ ਮੌਲਵੀ ਆ ਤਾਂ ਬਰੇਲਵੀ ਨੇ ਆਪਣੇ ਤਸੱਵਰ ਦੇ ਮੁਤਾਬਕ ਉਹਨਾਂ ਨੂੰ ਜੰਨਤ ਪਹੁੰਚਾਉਣਾ, ਤੇ ਜੋ ਅਹਿਲੇ ਹਦੀਸ ਹੈ ਤਾਂ ਉਹਨੇ ਆਪਣੇ ਤਸੱਵਰ ਦੇ ਮੁਤਾਬਕ ਪਹੁੰਚਾਉਣਾ, ਦਿਓਬੰਦੀ ਹੈ ਤੇ ਆਪਣੇ ਤਸੱਵਰ 'ਚ, ਹਨਫੀ ਹੈ, ਸ਼ਾਫੀ ਹੈ, ਮਾਲਕੀ ਆਪਣੇ ਤਸੱਵਰ ਦੇ ਵਿੱਚ। ਔਰ ਜਿਹੜਾ ਮੈਂ ਗੱਲ ਕਰਨਾ ਹੁੰਦਾ ਕਿ 100 ਦੇ ਵਿੱਚੋਂ ਜਿਹੜਾ ਨਾ ਉਹ 99 ਜਿਹੜੇ ਆ ਨਾ ਉਹ ਬਗੈਰ ਹੀ ਕੁਰਾਨ ਸਿੱਖੇ ਮਰ ਜਾਂਦੇ ਆ। ਉਹ ਭਾਵੇਂ ਬਰੇਲਵੀ ਹੋਣ, ਦਿਓਬੰਦੀ ਹੋਣ, ਅਹਿਲੇ ਹਦੀਸ ਹੋਣ। ਕੁਰਾਨ ਜਦੋਂ ਮੈਂ ਕਹਿੰਦਾ ਨਾ, ਤੇ ਕੁਰਾਨ ਦੀਆਂ 2 ਆਇਤਾਂ ਜਾਂ 2 ਸਿਪਾਰੇ ਨਹੀਂ ਕਹਿੰਦਾ। ਕੁਰਾਨ ਹੈਗਾ ਸੂਰਾ ਫਾਤਿਹਾ ਤੋਂ ਲੈ ਕੇ ਸੂਰਾ ਨਾਸ ਤੱਕ। ਇਸ ਕੁਰਾਨ ਦੀ ਸਮਝ ਆਉਣੀ ਚਾਹੀਦੀ ਹੈ। ਬਾਕੀ ਉਹ ਜਿਹੜੇ ਆਪਣੇ ਮਸਲਕ ਹੈ, ਉਹ ਜਿਹੜੀਆਂ ਆਇਤਾਂ ਜੇ ਅਹਿਲੇ ਹਦੀਸਾਂ ਦੇ ਮਸਲਕ ਨੂੰ ਸਪੋਰਟ ਕਰਨਗੀਆਂ, ਉਹ ਉਹਨਾਂ ਨੂੰ ਜ਼ੁਬਾਨੀ ਰੱਟੀਆਂ ਹੀ ਹੁੰਦੀਆਂ, ਹਰ ਤਕਰੀਰ ਦੇ ਵਿੱਚ, ਹਰ ਜਗ੍ਹਾ, ਹਰ ਜੁਮੇਰਾਤ ਨੂੰ ਪੜ੍ਹਦੇ ਆ। ਇਸੇ ਤਰ੍ਹਾਂ ਜਿਹੜੀਆਂ ਆਇਤਾਂ ਹਦੀਸਾਂ ਉਹਨਾਂ ਦੇ ਮਸਲਕਾਂ ਨੂੰ ਸਪੋਰਟ ਕਰਦੀਆਂ, ਦਿਓਬੰਦੀਆਂ ਦੇ ਜਾਂ ਅਹਿਲੇ ਸੁਨਨਤ ਦੇ, ਉਹ ਯਾਦ ਰੱਖਦੇ ਆ। ਕੁਰਾਨ ਉਹ ਹੈ ਜਿਹੜਾ ਮੁਹੰਮਦ ਰਸੂਲੁल्लाह सल्लल्लाहु अलैहि वसल्लम ਨੇ ਸਾਨੂੰ ਪਹੁੰਚਾਇਆ, ਤੇ ਮੁਹੰਮਦ ਰਸੂਲੁल्लाह सल्लल्लाहु अलैहि वसल्लम ਨੇ ਤੇ ਪਹੁੰਚਾਇਆ ਪੂਰਾ। ਔਰ ਸਿਰਫ 22 ਸਾਲ 'ਚ ਇੱਥੇ 20 ਸਾਲ 30 ਸਾਲ ਇੱਕ ਮਸਜਿਦ ਦੇ ਵਿੱਚ ਇੱਕ ਮੌਲਵੀ ਰਹਿ ਜਾਂਦਾ ਹੈ, ਔਰ ਉਹਨੇ ਕਦੀ ਮੁਹੰਮਦ ਰਸੂਲੁल्लाह सल्लल्लाहु अलैहि वसल्लम ਨੇ ਤੇ ਫਿਰ ਕੇ ਯਾਨੀ ਲੋਕਾਂ ਨੂੰ, ਫਿਰ ਉਹ ਲੋਕਾਂ ਦੀ ਤਰਫੋਂ ਤਸ਼ੱਦਦ, ਪਰੇਸ਼ਾਨੀਆਂ, ਮਜ਼ਾਕ, ਆਪਣੀ ਮਾਸ਼ ਜਿਹੜੀ ਹੈ ਉਹਦੀ ਜਦੋਜਹਿਦ ਤਰਕ ਕਰਕੇ ਲੋਕਾਂ ਨੂੰ ਪਹੁੰਚਾਇਆ।
ਇਹ ਮਸੀਤੇ ਬੈਠਾ 5 ਵੇਲੇ ਨਮਾਜ਼ ਪੜ੍ਹਾਉਂਦਾ ਵੀ ਤੂੰ ਰੋਜ਼ਾਨਾ ਇੱਕ ਰਕੂ ਸੁਣਾ ਦੇਵੇਂ ਤੇ ਚਲੋ ਤੇਰਾ ਕੋਈ 10-15 ਸਾਲਾਂ ਦੇ ਵਿੱਚ ਤੂੰ ਕੁਰਾਨ ਤੋਂ ਇੱਕ ਵਾਰੀ ਤਾਂ ਕਹਿ ਸਕੇ ਨਾ ਵੀ ਮੈਂ ਕੁਰਾਨ ਜੀ ਸੁਣਾਇਆ ਸੀ, ਜਿਹੜੇ ਨਮਾਜ਼ ਪੜ੍ਹਨ ਆਉਂਦੇ ਸੀ ਉਹਨਾਂ ਨੂੰ ਤਾਂ ਸਿਖਾਇਆ, ਉਹਨਾਂ ਨੂੰ ਤਾਂ ਦੱਸਿਆ ਸੀ। ਇਹ ਨਮਾਜ਼ ਪੜ੍ਹਨ ਵਾਲੇ ਉੱਥੇ ਸਾਫੇ ਪਾਉਣਗੇ ਕਿ ਇਹ ਸਾਨੂੰ ਹਰ ਵੇਲੇ ਜਿਹੜਾ ਨਾ ਉਹ ਮਸਲਕ ਵਾਲੀਆਂ ਗੱਲਾਂ ਤੇ ਬੜੀਆਂ ਸੁਣਾਉਂਦਾ ਸੀਗਾ, ਕੁਰਾਨ ਨਹੀਂ ਸਾਨੂੰ ਇਹਨੇ ਸੁਣਾਇਆ। ਬਹਰਹਾਲ ਫਰਮਾਇਆ ਕਿ ਉਹ ਕਹਿਣਗੇ ਤੁਸੀਂ ਸਾਡੇ ਕੋਲ ਆਉਂਦੇ ਸੀ ਬੜੇ ਦਬਦਬੇ ਨਾਲ, ਉਹ ਅੱਗੋਂ ਕਹਿਣਗੇ ਨਹੀਂ ਤੁਸੀਂ ਈਮਾਨ ਲਿਆਉਣ ਵਾਲੇ ਹੀ ਨਹੀਂ ਸੀ, ਤੁਹਾਡੀ ਕੋਈ ਤਲਬ ਹੀ ਨਹੀਂ ਸੀ। ਵਮਾ ਕਾਨ ਲਨਾ ਅਲੈਕੁਮ ਮਿਨ ਸੁਲਤਾਨ, ਸਾਡੇ ਕੋਲ ਕਿਹੜਾ ਜ਼ੋਰ ਸੀ ਜਿਹੜਾ ਅਸੀਂ ਤੁਹਾਨੂੰ ਜ਼ਬਰਦਸਤੀ ਜਿਹੜਾ ਨਾ ਉਹ ਆਪਣੇ ਪਿੱਛੇ ਲਾਂਦੇ। ਬਲ ਕੁੰਤੁਮ ਕੌਮਨ ਤਾਗੀਨ, ਬਲਕਿ ਤੁਸੀਂ ਆਪ ਸਰਕਸ਼ ਸੀਗੇ। ਔਰ ਜ਼ਾਹਿਰ ਗੱਲ ਆ ਤੁਸੀਂ ਈਮਾਨ ਵਾਲੇ ਪਾਸੇ ਜਾਣਾ ਨਹੀਂ ਚਾਹੁੰਦੇ ਸੀ, ਤੇ ਤੁਹਾਨੂੰ ਅਸੀਂ ਜਿਹੜਾ ਨਾ ਉਹ ਜਿਹੜੀਆਂ ਗੱਲਾਂ ਸੁਣਾਈਆਂ ਉਹਦੇ 'ਚ ਤੁਸੀਂ ਆਪਣਾ ਸਹਾਰਾ ਸਮਝਿਆ, ਠੀਕ ਹੈ, ਤੇ ਬਸ ਉਹ ਸਹਾਰਾ ਬਣ ਗਿਆ। ਫਿਰ ਤੁਹਾਡਾ ਹੁਣ ਇੱਥੇ ਜਿਹੜਾ ਨਾ ਭੁਗਤੋ, ਮਤਲਬ ਇਹ ਹੈ। ਫਹੱਕ ਅਲੈਨਾ ਅਲ ਕੌਲ ਰੱਬਨਾ, ਤੇ ਹੁਣ ਸਾਡੇ ਰੱਬ ਦਾ ਜਿਹੜੀ ਗੱਲ ਹੈ ਨਾ, ਜਾਂ ਸਾਡੇ ਰੱਬ ਦਾ ਜਿਹੜਾ ਫੈਸਲਾ ਹੈ, ਉਹ ਹੁਣ ਸਾਡੇ ਉੱਤੇ ਲੱਗ ਗਿਆ। ਜਿੱਦਾਂ ਕਹਿੰਦੇ ਨਾ ਕਿ ਦਫਾ ਲੱਗ ਗਈ ਹੈ ਜੀ, ਚਾਰਜ ਲੱਗ ਗਿਆ, ਇਹ ਇਲਜ਼ਾਮ ਸਾਬਤ ਹੋ ਗਿਆ ਸਾਡੇ ਉੱਤੇ। ਇन्ना लज़ाइकून, ਅਸੀਂ ਹੁਣ ਇਹ ਭੁਗਤਣਾ ਹੀ ਭੁਗਤਣਾ, ਅਸੀਂ ਇਹ ਚਖਣਾ ਹੀ ਹੈ ਇਹ ਅਜ਼ਾਬ, ਅਸੀਂ ਵੀ ਤੇ ਤੁਸੀਂ ਵੀ, ਮਤਲਬ ਇਹ ਆ। ਫਅਗਵੈਨਾकुम, ਅਸੀਂ ਤੁਹਾਨੂੰ ਗੁੰਮਰਾਹ ਕੀਤਾ ਸੀਗਾ। ਇੰਨਾ ਕੁੰਨਾ ਗਾਵੀਨ, ਅਸੀਂ ਆਪ ਗੁੰਮਰਾਹ ਸੀ। ਜ਼ਾਹਿਰ ਹੈ ਅਸੀਂ ਗੁੰਮਰਾਹ ਸੀ, ਤੇ ਫਿਰ ਅਸੀਂ ਤੁਹਾਨੂੰ ਹਦਾਇਤ ਕਿੱਥੋਂ ਦੇਣੀ ਸੀ? ਇਹ ਤੁਸੀਂ ਅੰਨੇ ਸੀ, ਤੁਹਾਨੂੰ ਅੱਲਾ ਨੇ ਅੱਖਾਂ ਕੰਨ ਦਿਮਾਗ ਨਹੀਂ ਦਿੱਤਾ ਸੀ ਕਿ ਤੁਸੀਂ ਇਹ ਦੇਖੋ ਕਿ ਅਸੀਂ ਹਦਾਇਤ ਦੇ ਰਹੇ ਹਾਂ ਜਾਂ ਗੁੰਮਰਾਹ ਕਰ ਰਹੇ ਹਾਂ। ਤੁਹਾਨੂੰ ਗੁੰਮਰਾਹਾਂ ਦੇ ਪਿੱਛੇ ਚੱਲਦਿਆਂ ਹੋਇਆਂ ਤੁਸੀਂ ਆਪਣੀ ਅਕਲ ਸਮਝ ਦਿਮਾਗ ਹਾਜ਼ਰ ਨਹੀਂ ਰੱਖਿਆ। فَإِنَّهُمْ يَوْمَئِذٍ فِي الْعَذَابِ مُشْتَرِكُونَ, ਤੇ ਅੱਲਾ ਕਹਿੰਦਾ ਉਹ ਉਸ ਦਿਨ ਅਸਾਬ ਦੇ ਵਿੱਚ ਸ਼ਰੀਕ ਹੋਣਗੇ। ਯਾਨੀ ਉਹ ਜਿਹੜੇ ਪੂਜਣ ਵਾਲੇ ਆ ਤੇ ਜਿਨ੍ਹਾਂ ਨੂੰ ਪੂਜਿਆ ਜਾਂਦਾ ਸੀਗਾ, ਉਹ ਪੀਰ ਮੁਰੀਦ, ਉਹ ਅਜ਼ਾਬ 'ਚ ਹੋਣਗੇ ਇਕੱਠੇ ਹੀ। ਇੰਨਾ ਕਜ਼ਾਲਿਕ ਨਫਅਲੁ ਬਿਲ ਮੁਜਰਿਮੀਨ, ਔਰ ਇਸੇ ਤਰੀਕੇ ਨਾਲ ਹੀ ਅਸੀਂ ਕਰਾਂਗੇ ਮੁਜਰਮਾਂ ਦੇ ਨਾਲ। ਦੇਖੋ ਪੀਰ ਦਾ ਮਤਲਬ ਇਹ ਨਹੀਂ ਜਿਹੜਾ ਸ਼ਖਸ, ਚਲੋ ਪੀਰ ਕਹਿ ਲਓ, ਉਹ ਖੁਦ ਸ਼ਰੀਅਤ ਦਾ ਪਾਬੰਦ ਹੈ, ਔਰ ਆਪਣੇ ਚਲੋ ਜਿਹੜੇ ਕੋਈ ਬੰਦੇ ਉਹਦੇ ਨਾਲ ਅਟੈਚ ਆ ਉਹਨਾਂ ਨੂੰ ਕੁਰਾਨ ਸੁਨਨਤ ਦੇ ਤਾਬੇ ਜ਼ਿੰਦਗੀ ਗੁਜ਼ਾਰਨ ਦਾ ਰਸਤਾ ਦੱਸਦਾ ਹੈ। ਉਹ ਤੇ ਜ਼ਾਹਿਰ ਗੱਲ ਹੈ, ਉਹ ਤੇ ਸਾਡੀ ਸਾਰੀ ਉਮਤ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਇਹ ਕੰਮ ਕਰੀਏ। ਹੁਣ ਮਸਲਾ ਇਹ ਹੈ ਵੀ ਜਿਸ ਪੀਰ ਨੇ ਆਪ ਹੀ ਕੁਰਾਨ ਨਹੀਂ ਪੜ੍ਹਿਆ ਆ, ਉਹ ਤੇ ਖੁਦ ਹੀ ਗੁੰਮਰਾਹ ਵਾ, ਉਹਨੂੰ ਆਪ ਹੀ ਨਹੀਂ ਪਤਾ ਕੁਰਾਨ ਦਾ। ਅੱਲਾ ਕਹਿੰਦਾ ਹੈ ਕਿ ਇਸ ਕੁਰਾਨ ਨੂੰ ਮੈਂ ਤਮਾਮ ਇਨਸਾਨਾਂ ਵਾਸਤੇ ਹਦਾਇਤ ਬਣਾਇਆ, ਤੇ ਜਿਸ ਬੰਦੇ ਨੇ ਅੱਗੋਂ ਲੋਕਾਂ ਨੂੰ ਹਦਾਇਤ ਦੇਣੀ ਹੈ ਉਹ ਆਪ ਹੀ ਵਿਹਲੇ ਖਾਨ, ਤੇ ਉਹ ਕਿੱਦਾਂ ਹਦਾਇਤ ਦੇ ਸਕਦਾ ਹੈ? ਬਸ ਇਹ ਗੱਲ ਹੈ। ਫਰਮਾਇਆ ਇੰਨਾ ਕਜ਼ਾਲਿਕ ਨਫਅਲੁ ਬਿਲ ਮੁਜਰਿਮੀਨ, ਔਰ ਅਸੀਂ ਇਦਾਂ ਹੀ ਕਰਾਂਗੇ ਸਾਰੇ ਮੁਜਰਮਾਂ ਨਾਲ। ਇਨਹੁਮ ਕਾਨੂ ਇਜ਼ਾ ਕੀਲ ਲਹੁਮ ਲਾ ਇਲਾਹਾ ਇल्लल्लाह, ਜਦੋਂ ਇਹਨਾਂ ਨੂੰ ਕਿਹਾ ਜਾਂਦਾ ਸੀ ਅੱਲਾ ਤੋਂ ਸਿਵਾ ਕੋਈ ਮਾਬੂਦ ਨਹੀਂ, ਕੋਈ ਹੋਰ ਤੁਹਾਨੂੰ ਰੋਜ਼ੀ ਨਹੀਂ ਦੇ ਸਕਦਾ, ਕੋਈ ਤੁਹਾਡੀ ਜ਼ਿੰਦਗੀ ਨਾ ਵਧਾ ਸਕਦਾ ਨਾ ਘਟਾ ਸਕਦਾ ਅੱਲਾ ਤੋਂ ਇਲਾਵਾ, ਕੋਈ ਤੁਹਾਨੂੰ ਹੋਰ ਇੱਜ਼ਤ ਨਹੀਂ ਦੇ ਸਕਦਾ, ਜ਼ਿਲਤ ਨਹੀਂ ਦੇ ਸਕਦਾ, ਕੋਈ ਤੁਹਾਨੂੰ ਹੋਰ ਔਲਾਦ ਨਹੀਂ ਦੇ ਸਕਦਾ। ਤੇ ਇਹ ਫਿਰ ਆਕੜਦੇ ਸੀ ਯਸਤਕਬਿरून, ਇਹ ਆਕੜਦੇ ਸੀ, ਪਰਵਾਹ ਹੀ ਨਹੀਂ ਕਰਦੇ ਸੀ ਇਸ ਗੱਲ ਦੀ। ਔਰ ਉਹ ਫਿਰ ਇਸੇ ਤਰ੍ਹਾਂ ਹੀ ਜਿਹੜਾ ਨਾ ਉਹ ਕਰਦੇ ਸੀਗੇ ਕਿ ਨਹੀਂ ਠੀਕ ਹੈ ਇਹ, ਉਹ ਬਲਕਿ ਅੱਗੋਂ ਇੱਦਾਂ ਦੀਆਂ ਇਹ ਗੱਲਾਂ ਦੱਸਣ ਵਾਲੇ ਨੂੰ ਕਹਿੰਦੇ ਸੀ ਉਹ ਗੁੰਮਰਾਹ ਹੋ ਗਿਆ, ਆਕੜਦੇ ਸੀ, ਤਵੱਜੋ ਨਹੀਂ ਕਰਦੇ ਸੀ। ਵਯਕੂਲੂਨ, ਔਰ ਅੱਗੋਂ ਕਹਿੰਦੇ ਸੀ ਆ ਇੰਨਾ ਲਤਾਰਿਕੂ ਆਲਿਹਤਨਾ ਲਿਸ਼ਾਇਰ ਮਜਨੂਨ,
क्या ਅਸੀਂ ਛੱਡ ਦਈਏ ਆਪਣੇ ਮਾਬੂਦਾਂ ਨੂੰ ਇੱਕ ਸ਼ਾਇਰ ਔਰ دیਵਾਨੇ ਦੀ ਵਜ੍ਹਾ ਤੋਂ। ਇਹ ਤਾਂ ਹੀ ਕਹਿੰਦੇ ਆ ਜੀ, ਸਾਡੇ ਤਾਂ ਜੀ ਇਹ ਪਿਓ ਦਾਦੇ ਤੋਂ ਅਸੀਂ ਸਾਡੇ ਮੁਰਸ਼ਦ ਆ, ਅਸੀਂ ਇਹਨਾਂ ਨੂੰ ਛੱਡ ਦਈਏ। ਇਹ ਕਦੀ ਗੌਰ ਕਰ ਲਿਆ ਕਰੋ ਵੀ ਤੁਹਾਡੇ ਪਿਓ ਨੂੰ ਉਹਨੇ ਕੁਰਾਨ ਸਿਖਾਇਆ ਸੀ, ਤੁਹਾਡੇ ਦਾਦੇ ਨੂੰ ਸਿਖਾਇਆ ਸੀ, ਤੁਹਾਨੂੰ ਸਿਖਾਉਂਦਾ, ਉਹਨੂੰ ਆਪ ਆਉਂਦਾ, ਉਹਦੀ ਔਲਾਦ ਨੂੰ ਆਉਂਦਾ, ਜਿਹਨੇ ਤੁਹਾਨੂੰ ਜੰਨਤ ਚ ਲੈ ਕੇ ਜਾਣਾ। ਉਹ ਆਪ ਗੁੰਮਰਾਹ ਵਾ ਅਗਰ ਉਹਨੂੰ ਨਹੀਂ ਆਉਂਦਾ ਤਾਂ। ਫਰਮਾਇਆ ਬਲ ਜਾ ਬਿਲ ਹਕ, ਤੇ ਇਹਨਾਂ ਦੇ ਕੋਲ ਬਲ ਜਾ ਬਿਲ ਹਕ, ਬਲਕਿ ਇਹ ਪਿੱਛੇ ਆਇਆ ਨਾ ਕਿ ਆਇਨਾ ਲਤਾਰਿਕੂ ਆਲਿਹਤਨਾ ਲਿਸ਼ਾਇਰ ਮਜਨੂਨ, ਕਿ ਅਸੀਂ ਇੱਕ ਹੁਣ ਸ਼ਾਇਰ ਦੇ ਕਹਿਣ ਨਾਲ, دیਵਾਨੇ ਦੇ ਕਹਿਣ ਨਾਲ ਅਸੀਂ ਜਿਹੜਾ ਉਹ ਆਪਣੇ ਪਿਓ ਦਾਦੇ ਤੋਂ ਚੱਲੇ ਆਉਂਦੇ ਜਿਹੜੇ ਮਾਬੂਦ ਹੈ, ਪੀਰ ਹੈ, ਉਹਨਾਂ ਨੂੰ ਛੱਡ ਦਈਏ। ਫਰਮਾਇਆ ਨਹੀਂ, ਬਲ ਜਾ ਬਿਲ ਹਕ, ਇਹ ਜਿਹਨੂੰ ਤੁਸੀਂ ਸ਼ਾਇਰ ਕਹਿੰਦੇ ਹੋ ਉਹ ਸ਼ਾਇਰੀ ਨਹੀਂ ਹੈ, ਜਿਹਨੂੰ ਮਜਨੂਨ ਕਹਿੰਦੇ ਹੋ ਉਹ ਜਨੂਨੀਅਤ ਨਹੀਂ ਹੈ, ਬਲਕਿ ਇਹ ਹੱਕ ਹੈ ਜਿਹੜਾ ਉਹ ਪੇਸ਼ ਕਰ ਰਿਹਾ ਆ। ਵਸਦਕਲ ਮੁਰਸਲੀਨ, ਔਰ ਰਸੂਲ ਜਿਹੜੇ ਆ ਉਹ ਆਪਣੇ ਤੋਂ ਪਹਿਲੇ ਜਿਹੜੇ ਰਸੂਲ ਆ ਉਹਨਾਂ ਦੀ ਤਸਦੀਕ ਵੀ ਕਰਦੇ ਆ। ਯਾਨੀ ਜਿਹੜਾ ਇਹ ਕਲਾਮ ਲੈ ਕੇ ਆਏ ਆ ਰਸੂਲ ਮੁਹੰਮਦ ਸੱਲੱਲਾਹੁ ਅਲੈहि ਵਸੱਲਮ, ਇਹ ਕਲਾਮ ਪਹਿਲੇ ਰਸੂਲਾਂ ਦੀ ਤਸਦੀਕ ਵੀ ਕਰਦਾ ਵਾ ਕਿ ਇਹ ਕੋਈ ਮਤਲਬ ਹੈ ਵੀ ਅਨੋਖਾ ਕਲਾਮ ਨਹੀਂ ਆਇਆ, ਪਹਿਲੇ ਵੀ ਅੱਲਾ ਦਾ ਕਲਾਮ ਜਿਹੜਾ ਆਉਂਦਾ ਰਿਹਾ, ਔਰ ਪਹਿਲੇ ਵੀ ਅੱਲਾ ਦੀ ਤਰਫੋਂ ਰਸੂਲ ਆਉਂਦੇ ਰਹੇ ਆ। ਇਨਕੁਮ ਲਜ਼ਾਇਕੁਲ ਅਜ਼ਾबिल ਅਲੀਮ, ਬਲਕਿ ਹੁਣ ਤੁਹਾਨੂੰ, ਯਾਨੀ ਤੁਸੀਂ ਜਟਲਾ ਤਾਂ ਦਿੱਤਾ, ਤੁਸੀਂ ਸ਼ਾਇਰ ਤੇ ਮਜਨੂਨ ਕਹਿ ਕੇ ਮਤਲਬ ਇਹ ਕਿ ਨਹੀਂ ਮੰਨੀ ਰਸੂਲ ਦੀ ਗੱਲ। ਹੁਣ ਇਨਕੁਮ ਲਜ਼ਾਇਕੁਲ ਅਜ਼ਾबिल ਅਲੀਮ, ਹੁਣ ਤੁਹਾਨੂੰ ਚਖਣਾ ਪਏਗਾ ਇੱਕ ਦਰਦਨਾਕ ਅਜ਼ਾਬ ਜਿਹੜਾ ਹੈ, ਉਹ ਭੁਗਤਣਾ ਪਏਗਾ ਤੁਹਾਨੂੰ, ਇੱਕ ਦਰਦਨਾਕ ਅਜ਼ਾਬ ਇਸ ਜੁਰਮ 'ਚ। ਵਮਾ ਤੁਜਜ਼ਊਨਾ ਇਲਾ ਮਾ ਕੁੰਤੁਮ ਤਾਮਲੂਨ, ਔਰ ਤੁਹਾਨੂੰ ਜਜ਼ਾ ਨਹੀਂ ਮਿਲੇਗੀ ਉਹੋ ਹੀ ਜੋ ਤੁਸੀਂ ਕੀਤਾ, ਜੋ ਜਿੱਦਾਂ ਦੇ ਤੁਸੀਂ ਕੰਮ ਕੀਤੇ ਉਦਾਂ ਦਾ ਹੀ ਤੁਹਾਨੂੰ ਬਦਲਾ ਮਿਲਣਾ। ਇਲਾ ਇਬਾਦ ਅੱਲਾਹਿਲ ਮੁਖਲਸੀਨ, ਸਿਵਾਏ ਉਹਨਾਂ ਬੰਦਿਆਂ ਦੇ ਜਿਹੜੇ ਅੱਲਾਹ ਤਾਲਾ ਦੇ ਖਾਸ ਮੁਖਲਸ, ਅੱਲਾਹ ਤਾਲਾ ਦੇ ਨਾਲ ਮੁਖਲਸ ਹੋਣ। ਯਾਨੀ ਮਤਲਬ ਇਹ ਹੈ ਕਿ ਉਹ ਅੱਲਾਹ ਤਾਲਾ ਦੇ ਨਾਲ ਕਿਸੇ ਨੂੰ ਸ਼ਰੀਕ ਨਾ ਕਰਨ, ਔਰ ਅੱਲਾਹ ਦੇ ਹੀ ਉਹ ਅਬਦ ਬਣ ਕੇ ਜਿਨ੍ਹਾਂ ਨੇ ਜ਼ਿੰਦਗੀ ਗੁਜ਼ਾਰੀ। ਉਲਾਇਕ ਲਹੁਮ ਰਿਜ਼ਕੁਮ ਮਾਲੂਮ, ਔਰ ਇਹਨਾਂ ਦੇ ਵਾਸਤੇ ਤੇ ਰਿਜ਼ਕ ਮੁਕਰਰ ਹੈ। ਫਵਾਕਿਹਾ, ਉਹ ਮੇਵੇ ਹੋਣਗੇ ਰਿਜ਼ਕ ਦੇ ਤੌਰ ਤੇ। ਵਹੁਮ ਮੁਕਰਮੂਨ, ਔਰ ਇਹਨਾਂ ਨੂੰ ਇੱਜ਼ਤ ਦਿੱਤੀ ਜਾਏਗੀ, ਇਕਰਾਮ ਹੋਏਗਾ ਇਹਨਾਂ ਦਾ। ਫੀ ਜन्नात नईम, ਔਰ ਨੇਮਤਾਂ ਵਾਲੀਆਂ ਜੰਨਤਾਂ ਦੇ ਵਿੱਚ। ਅਲਾ ਸੁਰੁਰ ਮੁਤਕਾਬਿਲੀਨ, ਔਰ ਇਹ ਤਖਤਾਂ ਦੇ ਉੱਤੇ, ਤਖਤ ਮਤਲਬ ਬਾਦਸ਼ਾਹਾਂ ਦੇ ਤਖਤ ਹੁੰਦੇ ਸੀ ਨਾ, ਇਸ ਤਰ੍ਹਾਂ ਦੇ ਫਿਰ ਤਖਤ ਹੋਣਗੇ ਜੰਨਤੀਆਂ ਦੇ। ਅਲਾ ਸੁਰੁਰ ਮੁਤਕਾਬਿਲੀਨ, ਔਰ ਤਖਤਾਂ ਦੇ ਉੱਤੇ ਇੱਕ ਦੂਸਰੇ ਦੇ ਸਾਹਮਣੇ। ਯੁਤਾਫ ਅਲੈਹਿਮ ਬਿਕਾਸਿਮ ਮਿਨ ਮਾਈਨ, ਔਰ ਇਹਨਾਂ ਦੇ ਗਿਰਦ ਦੌਰ ਚੱਲ ਰਿਹਾ ਹੋਏਗਾ ਜਿਹੜਾ ਉਹ ਸਾਫ ਸੁਥਰੇ ਮਸ਼ਰੂਬ ਜਾਮ, ਯਾਨੀ ਜਿੱਦਾਂ ਹੁੰਦੀ ਹੈ, ਮਤਲਬ ਇਹ ਹੈ ਕਿ ਮਹਿਫਲਾਂ ਲੱਗੀਆਂ ਹੋਈਆਂ ਤੇ ਉਹਦੇ ਵਿੱਚ ਮਸ਼ਰੂਬਾਤ, ਸਾਫ ਸੁਥਰੇ ਮਸ਼ਰੂਬ, ਤਾਜ਼ਾ, ਬੇਜ਼ਾ ਲਜ਼ਤ ਲਿਸ਼ਾਰਿਬੀਨ, ਸਫੈਦ ਸਾਫ ਸੁਥਰੇ ਸਫੈਦ ਰੰਗਤ, ਔਰ ਪੀਣ ਵਾਲਿਆਂ ਦੇ ਨੂੰ ਮਜ਼ਾ ਆ ਜਾਵੇ। ਲਜ਼ਤ ਲਿਸ਼ਾਰਿਬੀਨ, ਪੀਣ ਵਾਲਿਆਂ ਨੂੰ ਮਜ਼ਾ ਆ ਜਾਏਗਾ।
ਲਾ ਫੀਹਾ ਗੌਲ, ਔਰ ਇਹਦੇ ਵਿੱਚ ਕੋਈ ਜਿਹੜਾ ਨਾ ਗੌਲ ਮਤਲਬ ਇਹ ਕਿ ਜਿਹੜੇ ਆਮ ਤੌਰ ਤੇ ਸ਼ਰਾਬ ਸ਼ਰੂਬ ਪੀਂਦੇ ਆ ਨਾ, ਇਹ ਫਿਰ ਇਹਨਾਂ ਨੂੰ ਉਹ ਸਿਰ ਨੂੰ ਚੜ੍ਹਦੀ ਹੈ, ਜਿਹਨੂੰ ਆਮ ਤੌਰ ਤੇ ਕਹਿੰਦੇ ਸ਼ਰਾਬ ਸਿਰ ਨੂੰ ਚੜ੍ਹ ਗਈ, ਬੰਦੇ ਨੂੰ ਪਛਾਣਦੇ ਨਹੀਂ, ਐਵੇਂ ਮੂੰਹ 'ਚ ਬੱਕ ਕਰਦੇ ਆ ਹੈਂ। ਉਹ ਸਿਰ ਜਿਹਨਾ ਚਕਰਾ ਜਾਂਦਾ, ਦਿਮਾਗ ਚਕਰਾ ਜਾਂਦਾ, ਤੇ ਉਹ ਐਸੀ ਸ਼ਰਾਬ ਹੋਏਗੀ ਕਿ ਉਹਦੇ ਨਾਲ ਦਿਮਾਗ ਨਹੀਂ ਚਕਰਾਏਗਾ, ਸਿਰ ਨਹੀਂ ਚਕਰਾਏਗਾ। ਵਲਾਹੁਮ ਅਨਹਾ ਯੁਨਜ਼ਫੂਨ, ਔਰ ਨਾ ਫਿਰ ਉਹ ਉਸ ਸ਼ਰਾਬ ਦੀ ਵਜ੍ਹਾ ਤੋਂ ਜਿਹੜੀ ਹੈ ਨਾ ਉਹ ਕੋਈ ਫਜ਼ੂਲ ਗੱਲਾਂ ਕਰਨਗੇ। ਜਿੱਦਾਂ ਇੱਥੇ ਦਾ ਸ਼ਰਾਬੀ ਜਿਹੜਾ ਉਹ ਫਿਰ ਜਦੋਂ ਚੜ੍ਹਦੀ ਉਹਦੇ ਦਿਮਾਗ ਨੂੰ ਤੇ ਫਜ਼ੂਲ ਬਕਵਾਸ ਕਰਨ ਲੱਗ ਪੈਂਦਾ ਨਾ, ਤੇ ਇਦਾਂ ਦਾ ਨਹੀਂ ਹੋਏਗਾ ਉਹਨਾਂ ਦਾ ਮਾਮਲਾ। ਵਾ ਇੰਦਹੁਮ ਕਾਸਿਰਾਤੁ ਤਰਫਈਨ, ਔਰ ਉਹਨਾਂ ਦੇ ਕੋਲ ਹੋਣਗੀਆਂ ਜਿਹੜੀਆਂ ਨਜ਼ਰਾਂ ਨੀਵੀਆਂ ਰੱਖਣ ਵਾਲੀਆਂ ਜਿਹੜੀਆਂ, ਔਰ ਵੱਡੀਆਂ ਵੱਡੀਆਂ ਅੱਖਾਂ, ਮੋਟੀਆਂ ਮੋਟੀਆਂ ਅੱਖਾਂ ਵਾਲੀਆਂ ਜਿਹੜੀਆਂ ਉਹ ਔਰਤਾਂ ਉਹਨਾਂ ਦੇ ਕੋਲ ਹੋਣਗੀਆਂ। ਕਅੰਨਹੁਮ ਬੈਜ਼ੁਨ ਮਕਨੂਨ, ਐਦਾਂ ਹੋਣਗੀਆਂ ਜਿਵੇਂ ਉਹ ਆਂਡੇ ਆ ਜਿਹੜੇ ਬਿਲਕੁਲ ਛਪਾ ਕੇ ਰੱਖੇ ਗਏ। ਆਂਡਾ ਬਿਲਮੂਮ ਜਿਹੜਾ ਨਾ ਸਫੈਦ ਰੰਗ ਦਾ ਹੁੰਦਾ ਹੈ। ਆਮ ਤੌਰ ਤੇ ਸਾਡੇ ਇਹ ਗੱਲ ਮਸ਼ਹੂਰ ਹੈ ਕਿ ਆਂਡੇ ਦੀ ਤਰ੍ਹਾਂ ਸਫੈਦ, ਬਸ ਉਹ ਮਿਸਾਲ ਅੱਲਾ ਨੇ ਦਿੱਤੀ ਕਿ ਕਅੰਨਹੁਮ ਬੈਜ਼ੁਮ ਮਕਨੂਨ, ਏਦਾਂ, ਕਿਉਂਕਿ ਆਂਡਾ ਵੀ ਜਿਹੜਾ ਅਗਰ ਤੁਸੀਂ ਉਹਨੂੰ ਸੰਭਾਲ ਕੇ ਰੱਖੋਗੇ ਤੇ ਉਹ ਸਫੈਦ ਰਹੇਗਾ। ਅਗਰ ਤੁਸੀਂ ਐਵੇਂ ਓਪਨ ਜਗ੍ਹਾ ਤੇ ਰੱਖ ਦਿੱਤਾ, ਖੁੱਲੀ ਜਗ੍ਹਾ ਤੇ ਰੱਖਦਾ, ਤਾਂ ਧੂੜ ਧਾੜ ਪੈ ਜਾਏਗੀ। ਤੇ ਉਹ ਇਸ ਤਰ੍ਹਾਂ ਦੀਆਂ ਖਵਾਤੀਨ ਹੋਣਗੀਆਂ ਕਿ ਜਿਵੇਂ ਅੰਡੇ, ਸਫੈਦ ਅੰਡੇ ਬਿਲਕੁਲ ਜਿਹੜਾ ਨਾ ਉਹ ਪਰਦੇ 'ਚ ਰੱਖੇ ਗਏ ਤਾਂ ਕਿ ਉਹ ਕਿਸੇ ਕਿਸਮ ਦੀ ਉਹਨਾਂ ਨੂੰ ਆਲੂਦਗੀ ਨਾ ਲੱਗੇ। ਫਅਕਬਲ ਬਾਦਹੁਮ ਅਲਾ ਬਾਦਿਨ ਯਤਸਾਲੂਨ, ਤੇ ਫਿਰ ਉਹ ਇੱਕ ਦੂਸਰੇ ਵੱਲ, ਉਹ ਹੁਣ ਜੰਨਤੀ ਜਿਹੜੇ ਆ ਉਹਨਾਂ ਦੀ ਗੱਲ ਹੋ ਰਹੀ ਹੈ ਨਾ। ਉੱਤੇ ਆਪਾਂ ਪੜ੍ਹਿਆ ਕਿ ਉਹ ਇੱਕ ਦੂਸਰੇ ਕੋ ਸਵਾਲ ਕਰਨਗੇ ਕਿ ਤੁਸੀਂ ਸਾਡੇ ਕੋਲ ਆਉਂਦੇ ਸੀ ਬੜੀ ਤਾਕਤ ਦੇ ਨਾਲ ਤੇ ਅਸੀਂ ਸਾਨੂੰ ਮੁਤਾਸਰ ਕਰਦੇ ਸੀ, ਤੇ ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਆਪ ਹੀ ਨਹੀਂ ਸੀ ਈਮਾਨ ਲਿਆਉਣਾ ਚਾਹੁੰਦੇ ਹੈਂ, ਤੇ ਸਾਡੇ ਕੋਲ ਤੁਹਾਡੇ ਕਿਹੜਾ ਇਖਤਿਆਰ ਸੀਗਾ। ਇਹ ਹੁਣ ਇੱਥੇ ਜੰਨਤੀਆਂ ਦੀ ਗੱਲਬਾਤ ਆ ਰਹੀ ਹੈ। ਫਅਕਬਲ ਬਾਦਹੁਮ ਅਲਾ ਬਾਦਿਨ ਯਤਸਾਲੂਨ, ਤੇ ਉਹ ਇੱਕ ਦੂਏ ਵੱਲ ਰੁਖ ਕਰਕੇ ਉਹ ਜੰਨਤੀ ਜਿਹੜੇ ਆ ਕਹਿਣਗੇ, ਇੱਕ ਦੂਸਰੇ ਨਾਲ ਗੱਲ ਕਰਨਗੇ। ਕਾਲ ਕਾਇਲੁਮ ਮਿਨਹੁਮ, ਤੇ ਉਹਨਾਂ ਦੇ ਵਿੱਚੋਂ ਇੱਕ ਕਹਿਣ ਵਾਲਾ ਕਹੇਗਾ, ਇੰਨੀ ਕਾਨ ਅਲੀ ਕਰੀਮ, ਬੇਸ਼ੱਕ ਮੇਰਾ ਇੱਕ ਬੇਲੀ ਹੁੰਦਾ ਸੀਗਾ, ਦੋਸਤ ਹੁੰਦਾ ਸੀ। ਯਕੂਲ, ਜਿਹੜਾ ਇਦਾਂ ਕਹਿੰਦਾ ਹੁੰਦਾ ਸੀ, ਆਇਨਾ ਕਾ ਲਾਮਿਨਲ ਮੁਸੱਦਕੀਨ, ਕਿ ਕਿਆ ਤੂੰ ਵੀ ਜਿਹੜਾ ਕਿਆਮਤ ਨੂੰ ਸੱਚ ਮੰਨਣ ਵਾਲਿਆਂ ਦੇ ਵਿੱਚ ਹੈਗਾ। ਯਾਨੀ ਇਹਦਾ ਮਤਲਬ ਇਹ ਹੈ ਕਿ ਇਹ ਬੰਦਾ ਕਿਆਮਤ ਨੂੰ ਮੰਨਦਾ ਸੀਗਾ, ਮਰ ਕੇ ਉੱਠਣ ਨੂੰ ਮੰਨਦਾ ਸੀਗਾ, ਈਮਾਨ ਵਾਲਾ ਸੀਗਾ। ਉਹ ਜਿਹੜਾ ਨਾ ਉਹ ਕਿਆਮਤ ਨੂੰ ਨਹੀਂ ਮੰਨਦਾ ਸੀਗਾ, ਮਰ ਕੇ ਉੱਠਣ ਨੂੰ ਨਹੀਂ ਮੰਨਦਾ ਸੀਗਾ। ਤੇ ਉਹ ਜ਼ਾਹਿਰ ਗੱਲ ਆ ਕਿ ਜੇ ਅੱਲਾ ਤੇ ਈਮਾਨ ਰੱਖਦਾ ਵੀ ਹੋਏਗਾ ਤੇ ਅੱਲਾ ਦੇ ਤੇ ਨਿਰਾ ਈਮਾਨ ਤੇ ਬੰਦੇ ਨੂੰ ਜੰਨਤ 'ਚ ਨਹੀਂ ਲੈ ਕੇ ਜਾਂਦਾ ਨਾ। ਅੱਲਾ ਦੇ ਨਾਲ ਰਸੂਲ ਵੀ, ਆਖਰਤ ਵੀ, ਇਹ ਵੀ ਨਾਲ ਹੀ ਹੈ ਨਾ। ਹੁਣ ਉਹ ਆਖਰਤ ਨੂੰ ਨਹੀਂ ਮੰਨਦਾ ਤੇ ਉਹਨੂੰ ਆਖਰਤ ਨੂੰ ਮੰਨਣ ਵਾਲੇ ਨੂੰ ਕਹਿੰਦਾ, ਇੰਨਾ ਕਲਾਮੇ ਨਾਲ ਮੁਸੱਦਕੀਨ, ਕਿਆ ਤੂੰ ਵੀ ਇਸ ਗੱਲ ਦੀ ਤਸਦੀਕ ਕਰਦਾ, ਇਹਨੂੰ ਸੱਚ ਸਮਝਦਾ ਕਿ ਕਿਆਮਤ ਆਏਗੀ। ਆਇਜ਼ਾ ਮਿਤਨਾ ਵ ਕੁੰਨਾ ਤੁਰਾਬਾ ਵ ਇਜ਼ਾਮਾ, ਕਿਆ ਜਿਸ ਵੇਲੇ ਅਸੀਂ ਮਰ ਜਾਵਾਂਗੇ ਔਰ ਅਸੀਂ ਹੋ ਜਾਵਾਂਗੇ ਹੱਡੀਆਂ, ਮਿੱਟੀ ਔਰ ਹੱਡੀਆਂ ਅਸੀਂ ਹੋ ਜਾਵਾਂਗੇ ਮਰਨ ਤੋਂ ਬਾਅਦ, ਤੇ ਆਇਨਾ ਲਮਦੀਨੂਨ, ਤੇ ਕਿਆ ਸਾਨੂੰ ਫਿਰ ਜਿਹੜਾ ਨਾ ਉਹ ਬਦਲਾ ਦਿੱਤਾ ਜਾਏਗਾ। ਇਨਾ ਲਮਦੀਨੂਨ, ਕਿਆ ਸਵਾਲ ਹੈ, ਕਿਆ ਫਿਰ ਸਾਨੂੰ ਬਦਲਾ ਦਿੱਤਾ ਜਾਏਗਾ। ਮਤਲਬ ਇਹ ਵੀ ਫਿਰ ਸਾਨੂੰ ਜ਼ਿੰਦਾ ਕਰਕੇ ਤੇ ਫਿਰ ਮਤਲਬ ਬਦਲਾ ਦਿੱਤਾ ਜਾਏਗਾ। ਕਿਆ ਤੂੰ ਜਿਹੜਾ ਇਸ ਗੱਲ ਨੂੰ ਮੰਨਦਾ ਵਾ। ਉਹ ਕਹਿੰਦਾ ਮੇਰਾ ਇੱਕ ਬੇਲੀ ਹੁੰਦਾ ਸੀ ਤੇ ਉਹ ਮੈਨੂੰ ਏਦਾਂ ਦੀਆਂ ਗੱਲਾਂ ਕਰਦਾ ਹੁੰਦਾ ਸੀ ਕਿ ਬਈ ਕਿਆ ਤੂੰ ਇਸ ਗੱਲ ਨੂੰ ਸੱਚ ਸਮਝਦਾ ਕਿ ਜਦੋਂ ਅਸੀਂ ਮਰ ਗਏ, ਮਿੱਟੀ ਹੋ ਗਏ,
ਔਰ ਫਿਰ ਸਾਨੂੰ ਦੁਬਾਰਾ ਜ਼ਿੰਦਾ ਕਰਕੇ ਤੇ ਜਿਹੜਾ ਨਾ ਉਹ ਫਿਰ ਸਾਨੂੰ ਬਦਲਾ ਦਿੱਤਾ ਜਾਏਗਾ। ਹੁਣ ਉਹਨੂੰ ਜ਼ਾਹਿਰ ਹੈ ਇਹ ਮਤਲਬ ਹੈ ਵੀ ਕੋਈ ਫਰਿਸ਼ਤਾ ਉਹਨੂੰ ਕਹੇਗਾ, ਅੱਲਾ ਕੋਈ ਇhtਮਾਮ ਕਰੇਗਾ ਕਿ ਤੈਨੂੰ ਦਿਖਾਉਨੇ ਆ ਉਹ ਬੰਦਾ ਜਿਹੜਾ ਤੈਨੂੰ ਇਦਾਂ ਦੀ ਕਹਿੰਦਾ ਹੁੰਦਾ ਸੀਗਾ। ਕਾਲ ਹਲ ਅੰਤੁਮ ਮੁੱਤਲਿਊਨ, ਤੇ ਉਹਨੂੰ ਕਿਆ ਕਹੇਗਾ ਕਿ ਕਿਆ ਤੂੰ ਉਹਨੂੰ ਵੇਖਣਾ ਚਾਹਨਾ? ਫਰਿਸ਼ਤਾ ਕਹੇਗਾ ਕਿ ਤੂੰ ਉਹਨੂੰ ਵੇਖਣਾ ਚਾਹਨਾ? ਕਿਹਨੂੰ ਵੇਖਣਾ ਚਾਹਨਾ? ਜਿਹੜਾ ਤੈਨੂੰ ਇਦਾਂ ਕਹਿੰਦਾ ਹੁੰਦਾ ਸੀਗਾ। ਯਾਨੀ ਤੂੰ ਤੇ ਯਕੀਨ ਰੱਖਦਾ ਸੀ ਕਿ ਹਿਸਾਬ ਹੋਣਾ, ਮਰ ਕੇ ਉੱਠਣਾ। ਉਹ ਤੈਨੂੰ ਇਹ ਗੱਲਾਂ ਕਹਿੰਦਾ ਹੁੰਦਾ ਸੀ ਨਾ, ਤੇ ਕਿ ਤੈਨੂੰ ਵਿਖਾਈਏ ਉਹ ਜਿੱਦਾਂ ਕਹਿੰਦੇ ਆ। ਹਲ ਅੰਤੁਮ ਮੁੱਤਲਿਊਨ, ਕਿਆ ਤੂੰ ਉਹਨੂੰ ਵੇਖਣਾ? ਫਤਲਾ, ਉਹ ਕਹੇਗਾ ਵੀ ਚਲੋ ਦਿਖਾਓ। ਤੇ ਫਤਲਾ, ਤੇ ਜਿਸ ਵੇਲੇ ਉੱਤੇ ਝਾਕੇਗਾ, ਉਹਨੂੰ ਦੇਖੇਗਾ, ਫਰਾਹੂ ਫੀ ਸਵਾਇਲ ਜਹੀਮ, ਤੇ ਦੇਖੇਗਾ ਉਹ ਜਹੰਨਮ ਦੇ ਵਿਚਾਲੇ ਗੋਤੇ ਖਾਂਦਾ ਫਿਰਦਾ ਵਾ। ਜਿਹੜਾ ਮੰਨਦਾ ਹੀ ਨਹੀਂ ਸੀਗਾ, ਉਹ ਗੋਤੇ ਖਾਂਦਾ ਫਿਰਦਾ। ਹੁਣ ਜਿਸ ਵੇਲੇ ਦੇਖੇਗਾ, ਹੁਣ ਇਹ ਨਹੀਂ ਕਿ ਉਹਨੂੰ ਜਹੰਨਮ ਚ ਲਿਜਾ ਕੇ ਦਿਖਾਏਗਾ, ਅੱਲਾ ਬਸ ਆਪਣੀ ਕੁਦਰਤ ਨਾਲ ਉੱਥੇ ਬੈਠੇ ਨੂੰ ਦਿਖਾ ਦੇਗਾ ਉਹ ਸਾਰਾ ਕੁਝ ਮੰਦਰ। ਕਾਲਤ ਅੱਲਾ, ਤੇ ਜਦੋਂ ਦੇਖੇਗਾ ਨਾ, ਕਿਆ ਯਾਰ ਇਹ ਤਾਂ ਜਹੰਨਮ ਚ ਬਹੁਤ ਖਜਲ ਹੋ ਰਿਹਾ, ਤੇ ਉਹ ਕਹੇਗਾ ਅੱਲਾ ਦੀ ਕਸਮ, ਇਨ ਕਿਤ ਲਤੁਰਦੀਨ, ਤੂੰ ਤੇ ਲੱਗਾ ਸੀ ਮੈਨੂੰ ਵੀ ਬਰਬਾਦ ਕਰਨ। ਯਾਨੀ ਤੇਰੀਆਂ ਗੱਲਾਂ ਬੜੀਆਂ ਜ਼ੋਰਦਾਰ, ਬੜੇ ਦਲਾਇਲ ਲੱਗਦੇ ਸੀ ਮੈਨੂੰ, ਲੇਕਿਨ ਇਹ ਤੇ ਅੱਲਾ ਦਾ ਸ਼ੁਕਰ ਹੈ ਕਿ ਮੈਂ ਆਪਣੇ ਜਿਹੜਾ ਨਾ ਉਹ ਗੱਲ ਤੇ ਕਾਇਮ ਰਿਹਾ, ਤੇਰੀ ਗੱਲ ਮੰਨੀ ਨਹੀਂ, ਲੇਕਿਨ ਤੂੰ ਬੜਾ ਜ਼ੋਰ ਮਾਰਿਆ। ਯਾਨੀ ਐਸੀਆਂ ਗੱਲਾਂ ਕੀਤੀਆਂ ਕਿ ਤੂੰ ਜਿਹੜਾ ਨਾ ਉਹ ਜਿਹੜਾ ਪਿੱਛੇ ਆਇਆ ਨਾ ਕਿ ਤੁਸੀਂ ਸਾਡੇ ਤੇ ਬੜੇ ਜ਼ੋਰ ਦੇ ਨਾਲ ਆਉਂਦੇ ਸੀ, ਇਹ ਉਹੀ ਗੱਲ ਹੈ। ਵਲੌਲਾ ਨਿਅਮਤ ਰੱਬੀ, ਅਗਰ ਮੇਰੇ ਰੱਬ ਦੀ ਮਿਹਰਬਾਨੀ ਨਾ ਹੁੰਦੀ, ਮੇਰੇ ਰੱਬ ਦੀ ਨਿਅਮਤ ਨਾ ਹੁੰਦੀ, ਤੇ ਮੈਂ ਤੇਰੀਆਂ ਗੱਲਾਂ ਪਿੱਛੇ ਆ ਜਾਂਦਾ। ਲਕੁਨਤੁ ਮਿਨਲ ਮੁਹਦਰੀਨ, ਤੇ ਮੈਂ ਵੀ ਇੱਥੇ ਹੀ ਹਾਜ਼ਰ ਹੁੰਦਾ ਜਿੱਥੇ ਤੂੰ ਹੈਗਾ। ਯਾਨੀ ਫਿਰ ਮੈਂ ਵੀ ਜਨਮ ਦੇ ਵਿੱਚ ਹਾਜ਼ਰੀ ਮੇਰੀ ਵੀ ਉੱਥੇ ਹੀ ਲੱਗਦੀ, ਫਿਰ ਇੱਥੇ ਜੰਨਤ ਚ ਨਾ ਹੁੰਦਾ। ਹੁਣ ਉਹ ਇਹ ਵੇਖ ਕੇ ਤੇ ਆਪਸ ਦੇ ਵਿੱਚ ਗੱਲਾਂ ਕਰਨ ਗਏ। ਆਫਾ ਮਾ ਨਹਨੁ ਬਿਮੈਯਤੀਨ, ਕਿਆ ਹੁਣ ਸਾਨੂੰ ਮੌਤ ਤਾਂ ਨਹੀਂ ਆਣੀ? ਹੁਣ ਇਹ ਦੇਖੋ, ਇਹ ਗੱਲ ਕਿਉਂ ਪੁੱਛਦੇ ਆ? ਉਹਦੀ ਵਜ੍ਹਾ ਇਹ ਹੈ ਕਿ ਉਹ ਜਿੱਦਾਂ ਆਂਦਾ ਨਾ ਕੁਰਾਨ ਵਿੱਚ, ਰੱਬਾਨਾ ਆਹਯੈਤਾ ਨਿਸਨਤੈਨ ਵਾਮਤਾ ਨਿਸਨਤੈਨ, ਅੱਲਾ ਤੂੰ ਸਾਨੂੰ 2 ਦਫਾ ਜ਼ਿੰਦਾ ਕੀਤਾ, 2 ਦਫਾ ਸਾਨੂੰ ਮੌਤ ਦਿੱਤੀ, ਔਰ ਏਦਾਂ ਕੋਈ ਹੋਰ ਮੌਤ ਤਾਂ ਨਹੀਂ ਹੈਗੀ। ਯਾਨੀ ਮਤਲਬ ਇਹ ਹੈ ਵੀ ਅੱਲਾ ਤਾਲਾ ਨੇ ਸਾਨੂੰ ਜਿਹੜਾ ਨਾ ਉਹ ਜੰਨਤ ਦਿੱਤੀ ਹੈ, ਤੇ ਕਿਆ ਹੁਣ ਇਹ ਸਾਨੂੰ ਇੱਥੇ ਕੁਛ ਵਕਤ ਤੋਂ ਬਾਅਦ ਜਾਂ ਜਿੰਨੇ ਵੀ ਵਕਤ ਤੋਂ ਬਾਅਦ ਮੌਤ ਤਾਂ ਨਹੀਂ ਆ ਜਾਏਗੀ? ਮਤਲਬ ਇਹ ਹੈ ਵੀ ਮੌਤ ਆ ਜਾਏਗੀ ਤੇ ਫਿਰ ਕੋਈ ਹਿਸਾਬ ਨਵਾਂ ਸ਼ੁਰੂ ਹੋ ਜਾਏਗਾ, ਤੇ ਫਿਰ ਨਾ ਕਿਤੇ ਜਹੰਨਮ ਚ ਚਲੇ ਜਾਈਏ, ਇਹ ਮਤਲਬ ਆ। ਅਫਮਾ ਨਹਨੁ ਬਿਮੈਯਤੀਨ, ਹੁਣ ਅਸੀਂ ਫਿਰ ਮਰਾਂਗੇ ਤਾਂ ਨਹੀਂ? ਇਲਾ ਮੌਤਤਨ ਅਲ ਊਲਾ, ਬਸ ਉਹੀ ਇੱਕ ਮੌਤ ਸੀ ਜਿਹੜੀ ਸਾਨੂੰ ਪਹਿਲੇ ਆ ਗਈ। ਵਮਾ ਨਹਨੁ ਬਿਮੁਅਜ਼ਬੀਨ, ਔਰ ਨਹੀਂ ਹੋਵਾਂਗੇ ਅਸੀਂ ਹੁਣ ਅਜ਼ਾਬ ਦੇਣ ਵਾਲੇ। ਉਹ ਹੁਣ ਉਹਨਾਂ ਨੂੰ ਕੋਈ ਜਵਾਬ ਦੇਗਾ ਨਾ ਕਿ ਬਈ ਨਹੀਂ ਹੁਣ ਨਹੀਂ ਮੌਤ ਆਉਂਦੀ, ਹੁਣ ਤੁਸੀਂ ਜਿਹੜਾ ਨਾ ਪੱਕੇ ਹੀ ਇੱਥੇ ਹੈਗੇ ਹੋ, ਉਹ ਮੌਤ ਤੇ ਉਹੀ ਸੀ ਜਿਹੜੀ ਪਹਿਲੇ ਤੁਹਾਨੂੰ ਆ ਗਈ। ਵਮਾ ਨਹਨੁ ਬਿਮੁਅਜ਼ਬੀਨ, ਤੇ ਫਿਰ ਉਹ ਕਹਿਣਗੇ, ਉਹ ਸ਼ਾਇਦ ਦੂਸਰੇ ਜੰਨਤੀ ਕਹਿਣਗੇ ਉਹਨਾਂ ਨੂੰ, ਇੱਕ ਦੂਸਰੇ ਨਾਲ ਗੱਲਾਂ ਕਰਦੇ ਹੋਣਗੇ ਨਾ, ਉਹ ਕਹਿਣਗੇ ਨਹੀਂ ਹੁਣ ਨਹੀਂ, ਬਸ ਆਪਾਂ ਮੌਤ ਭੁਗਤ ਲਈ ਹੈ। ਵਮਾ ਨਹਨੁ ਬਿਮੁਅਜ਼ਬੀਨ, ਹੁਣ ਸਾਨੂੰ ਨਹੀਂ ਅਜ਼ਾਬ ਆਉਂਦਾ, ਅਸੀਂ ਬਚ ਗਏ ਅਜ਼ਾਬ ਤੋਂ, ਉਹ ਅਜ਼ਾਬ ਵਾਲਾ ਮਰਹਲਾ ਅਸੀਂ ਕੱਢ ਆਏ ਹਾਂ। ਇਨ ਹਾਜ਼ਾ ਲਾਹੁਵਲ ਫੌਜ਼ੁਲ ਅਜ਼ੀਮ, ਬੇਸ਼ੱਕ ਇਹ ਬਹੁਤ ਬੜੀ ਕਾਮਯਾਬੀ ਹੈ ਕਿ ਕੋਈ ਆਦਮੀ ਉੱਥੇ ਪਹੁੰਚ ਜਾਵੇ। ਫਰਮਾਇਆ ਲਿਮਿਸਲ ਹਾਜ਼ਾ ਫਲਯਅਮਲਿਲ ਆਮਿਲੂਨ, ਲਿਮਿਸਲ ਹਾਜ਼ਾ, ਇਸ ਤਰ੍ਹਾਂ ਦੇ ਇੰਜਾਮ ਵਾਸਤੇ, ਯਾਨੀ ਅਖੀਰ ਏਦਾਂ ਦੀ ਹੋਵੇ ਕਿ ਜੰਨਤ ਦੇ ਵਿੱਚ ਬੈਠਾ ਹੋਵੇ ਤੇ
ਏਦਾਂ ਫਿਰ ਉੱਥੇ ਗੱਲਾਂ ਹੋਣ, ਜਾਮ ਚੱਲਦੇ ਹੋਣ, ਤੇ ਉਹ ਮਤਲਬ ਇਹ ਅਖੀਰ ਹੋਵੇ। ਲਿਮਿਸ ਲਿਹਾਜ਼ਾ ਫਲ ਯਅਮਲਿਲ ਆਮਿਲੂਨ, ਤੇ ਅਮਲ ਕਰਨ ਵਾਲਿਆਂ ਨੂੰ ਇਦਾਂ ਦੇ ਅਮਲ ਕਰਨੇ ਚਾਹੀਦੇ ਕਿ ਉਹਨਾਂ ਦਾ ਅੰਜਾਮ ਇਹ ਹੋਵੇ, ਜੰਨਤ ਹੋਵੇ ਅੰਜਾਮ। ਅਜ਼ਾਲਿਕ ਖੈਰੁਨ ਨੁਜ਼ੁਲਾ, क्या ये चंगी मेहमान नवाजी है? अम शजरतु ज़क़ूम, या ਉਹ ਜ਼ਕੂਮ ਦਾ ਜਿਹੜਾ ਦਰਖਤ, ਥੋਰ ਦਾ ਦਰਖਤ, ਥੋਰ ਵੀ ਉਹਨੂੰ ਕਹਿੰਦੇ ਆ, ਉਹ ਮਹਿਮਾਨ ਨਵਾਜ਼ੀ ਅੱਛੀ ਹੈ। ਯਾਨੀ ਇੱਕ ਤੇ ਇਹ ਮਹਿਮਾਨ ਨਵਾਜ਼ੀ ਹੈ ਜਿਹੜੀ ਜੰਨਤ ਦੇ ਵਿੱਚ ਹੋਏਗੀ, ਉਹ ਮਤਲਬ ਹੈ ਕਿ ਜਾਮ ਚੱਲਦੇ ਹੋਣਗੇ, ਹਰ ਸ਼ੈ ਤਾਜ਼ਾ ਬਿਹਤਰੀਨ। ਉਹ ਨਬੀ ਸੱਲੱਲਾਹੁ ਅਲੈहि ਵਸੱਲਮ ਨੇ ਫਰਮਾਇਆ ਕਿ ਅੱਲਾ ਕਹਿੰਦਾ ਆਦਤ ਤੋਂ ਇਬਾਦੀ ਸਾਲਿਹੀਨ, ਮੈਂ ਆਪਣੇ ਸਾਲੇ ਬੰਦਿਆਂ ਵਾਸਤੇ ਇੰਨਾ ਕੁਛ ਤਿਆਰ ਕੀਤਾ ਹੈ, ਮਾ ਲਾ ਐਨ ਰਾਤ ਵਾਲਾ ਉਜ਼ੁਨ ਸਮਿਅਤ ਵਾਲਾ ਖਤਰ ਅਲਾ ਕਲਬ ਬਸ਼ਰ, ਤੇ ਕਿਸੇ ਅੱਖ ਨੇ ਦੇਖਿਆ ਨਹੀਂ ਹੋਏਗਾ, ਕਿਸੇ ਕੰਨ ਨੇ ਸੁਣਿਆ ਨਹੀਂ ਹੋਏਗਾ, ਕਿਸੇ ਦੇ ਦਿਲ 'ਚ ਖਿਆਲ ਨਹੀਂ ਆਇਆ ਹੋਏਗਾ ਉਹਦਾ। ਤੇ ਇਹ ਬਿਹਤਰ ਹੈ ਅਮ ਸ਼ਜਰਤੁ ਜ਼ਕੂਮ, ਕਿ ਉਹ ਜ਼ਕੂਮ ਦਾ ਦਰਖਤ ਹੈ ਜਿਹੜਾ ਮਤਲਬ ਆ ਕਿ ਜਿਹਦੇ ਪੱਤੇ ਜਹੰਮੀਆਂ ਖਾਣਗੇ। ਇੰਨਾ ਜਅਲਨਾਹਾ ਫਿਤਨਤਨ ਲਿਜ਼ਾਲਿਮੀਨ, ਬੇਸ਼ੱਕ ਅਸੀਂ ਇਸ ਦਰਖਤ ਨੂੰ ਵੀ ਫਿਤਨਾ ਬਣਾਤਾ ਜ਼ਾਲਮਾਂ ਵਾਸਤੇ। ਇੰਨਹਾ ਸ਼ਜਰਾ, ਬੇਸ਼ੱਕ ਉਹ ਦਰਖਤ ਹੀ ਹੈ, ਤਖਰੁਜ ਫੀ ਅਸਲਿਲ ਜਹੀਮ, ਜਿਹੜਾ ਨਿਕਲੇਗਾ ਜਹੰਨਮ ਦੀ ਗਹਿਰਾਈ ਦੇ ਵਿੱਚੋਂ, ਜੜ ਦੇ ਵਿੱਚੋਂ। ਜਹੰਨਮ ਦੀ ਜੜ ਮਤਲਬ ਸਭ ਤੋਂ ਨੀਚੇ ਜਹੰਨਮ ਚੋਂ, ਉਥੋਂ ਇੱਕ ਦਰਖਤ ਉੱਗੇਗਾ। ਹੁਣ ਇਹ ਫਿਤਨਾ ਕਿੱਦਾਂ ਬਣ ਗਿਆ? ਉਹ ਫਿਤਨਾ ਏਦਾਂ ਬਣ ਗਿਆ ਕਿ ਐਨੀ ਅੱਗ ਹੋਏਗੀ, ਪਾਣੀ ਉਬਲਦਾ ਹੋਏਗਾ, ਦਰਖਤ ਹਰਾ ਕਿੱਥੋਂ ਆ ਜਾਏਗਾ, ਪੌਦਾ ਕਿੱਥੋਂ ਆ ਜਾਏਗਾ ਜਿਹਦਾ ਖਾਣਗੇ, ਜਿਹਨੂੰ ਖਾਣਗੇ ਉਹ ਕਿਧਰੋਂ ਆ ਜਾਏਗਾ ਇੰਨੀ ਅੱਗ ਦੇ ਵਿੱਚ। ਬਸ ਇਹ ਇਸੇ ਨਾਲ ਹੀ ਸਮਝਿਆ, ਨਹੀਂ ਐਵੇਂ ਆ, ਕੁਰਾਨ ਐਵੇਂ ਹੀ ਆ, ਮਾਜ਼ਅੱਲਾ, ਇਹ ਰਸੂਲ ਨੇ ਐਵੇਂ ਕਹਿ ਦਿੱਤਾ, ਇਹ ਗੱਲ ਹੋਣ ਵਾਲੀ ਨਹੀਂ ਹੈਗੀ। ਹੁਣ ਇਹ ਨਹੀਂ ਪਤਾ ਕਿ ਬਈ ਜਿਹੜਾ ਜਿਹਨੇ ਅੱਗ ਬਾਲਣੀ ਹੈ ਨਾ, ਇਹ ਉਹਨੇ ਹੀ ਇਸ ਪੌਦੇ ਨੂੰ ਬਚਾਉਣਾ ਹੈ। ਅਦਰਵਾਈਜ਼ ਤਾਂ ਫਿਰ ਪਾਣੀ ਉਬਲਦਾ ਵੀ ਹੋਵੇਗਾ ਤੇ ਉਹਦੇ ਵਿੱਚ ਅੱਗ ਕਿੱਦਾਂ ਬਲੇਗੀ? ਠੀਕ ਹੈ ਨਾ, ਅੱਗ ਨਹੀਂ ਲੱਗਦੀ। ਲੇਕਿਨ ਇਹ ਅੱਲਾ ਦੀ ਸਿਫਤ ਹੈ ਕਿ ਅੱਲਾ ਜੋ ਕਰਨਾ ਚਾਹੁੰਦਾ ਉਹ ਕਰ ਲੈਂਦਾ ਹੈ। ਉਹ ਕੁਛ ਕਰ ਲੈਂਦਾ ਜਿਹੜਾ ਸਾਡੀ ਸਮਝ 'ਚ ਨਹੀਂ ਆਉਂਦਾ। ਫਰਮਾਇਆ ਤਲ ਉਹਾ ਕਅੰਨਹੁ ਰਊਸੁ ਸ਼ਯਾਤੀਨ, ਔਰ ਉਹ ਜਿਹੜਾ ਥੋਰ ਦਾ ਪੌਦਾ ਨਾ, ਉਹਦੇ ਜਿਹੜੇ ਪੱਤੇ ਆ, ਉਹਦੇ ਜਿਹੜੇ ਖੋਸ਼ੇ ਆ, ਉਹ ਖੋਸ਼ੇ ਵਰਗੇ ਪੱਤੇ ਹੁੰਦੇ ਆ, ਖੋਸ਼ੇ ਵਰਗੇ ਸਮਝ ਲਓ। ਕਅੰਨਹਾ ਰਊਸੁ ਸ਼ਯਾਤੀਨ, ਏਦਾਂ ਦੇ ਹੁੰਦੇ ਜਿਵੇਂ ਸ਼ੈਤਾਨ ਦੇ ਸਿਰ ਹੁੰਦਾ, ਸ਼ੈਤਾਨ ਦਾ ਸਿਰ ਹੁੰਦਾ, ਉਦਾਂ ਦੇ। فَإِنَّهُمْ لَآكِلُونَ مِنْهَا, ਬੇਸ਼ੱਕ ਇਹ ਉਸੇ ਚੋਂ ਹੀ ਖਾਣਗੇ, ਕਿਉਂਕਿ ਹੋਰ ਕੁਝ ਖਾਣ ਨੂੰ ਲੱਭਣਾ ਨਹੀਂ। ਜਦੋਂ ਬਹੁਤ ਜ਼ਿਆਦਾ ਭੁੱਖ ਜ਼ੋਰ ਮਾਰੇਗੀ ਤੇ ਖਾਣਗੇ। ਫਮਾਲਿਊਨ ਮਿਨਹਲ ਬੁਤੂਨ, ਔਰ ਭਰਨਗੇ ਆਪਣੇ ਢਿੱਡਾਂ ਨੂੰ ਇਹਦੇ ਨਾਲ ਹੀ। ਸੁੰਮ ਇੰਨਾ ਲਹੁਮ ਅਲੈਹਾ, ਫਿਰ ਇਹਦੇ ਉੱਤੋਂ ਉਹਨਾਂ ਵਾਸਤੇ ਹੋਏਗਾ ਲਸ਼ੌਬ ਮਿਨ ਹਮੀਮ, ਖੌਲਦਾ ਹੋਇਆ ਪਾਣੀ, ਪੀਪ ਉਹਦੇ 'ਚ ਰਲੀ ਹੋਏਗੀ। ਯਾਨੀ ਉਹ ਸੰਗ 'ਚ ਫਸੇਗਾ ਤਾਂ ਉੱਤੋਂ ਪਾਣੀ ਪੀਣਾ ਪਏਗਾ। ਪਾਣੀ ਪੀਣਗੇ, ਉਹ ਸ਼ੈਤਾਨ ਦੇ ਸਿਰਾਂ ਵਰਗੇ ਹੋਣਗੇ ਨਾ, ਤਾਂ ਉਹਨਾਂ ਨੇ ਕਿੱਦਾਂ ਲੰਘਣਾ ਠਾਂ। ਤੇ ਉਹ ਫਿਰ ਉੱਤੋਂ ਪਾਣੀ ਨੂੰ ਹੱਥ ਮਾਰਨਗੇ ਤੇ ਉਹ ਵੀ ਉਦੋਂ ਜ਼ਿਆਦਾ ਸਾੜ ਪਾਉਣ ਵਾਲਾ। ਸੁੰਮਾ ਇੰਨਾ ਮਰਜਿਉਹੁਮ ਇਲਲ ਜਹੀਮ, ਫਿਰ ਉਹਨਾਂ ਦਾ ਮੁੜਨਾ, ਯਾਨੀ ਜਿੱਧਰ ਨੂੰ ਵੀ ਜਾਣਗੇ ਉਹ ਮੋੜ ਘੋੜ ਕੇ ਜਹੰਨਮ ਦੇ ਵਿੱਚ ਹੀ, ਉੱਥੇ ਹੀ ਗੇੜੇ ਕੱਢਣਗੇ। ਭਾਵੇਂ ਪਾਣੀ ਪੀਣ ਜਾਣ ਤੇ ਭਾਵੇਂ ਜਿਹੜਾ ਨਾ ਉਹ ਪੌਦਾ ਖਾਣ, ਉਹ ਜਹੰਨਮ ਦੇ ਵਿੱਚ ਹੀ ਸਾਰਾ ਕੁਛ, ਸਾਰੀਆਂ ਜ਼ਰੂਰਤਾਂ ਉੱਥੇ ਹੀ ਪੂਰੀਆਂ ਹੋਣਗੀਆਂ। ਇਨਹੁਮ ਅਲਫੂ ਆਬਾਹੁਮ ਜ਼ਾਲੀਨ, ਇਹ ਨੋਟ ਕਰੋ, ਬੜੀ ਅਹਿਮ ਗੱਲ ਆ ਰਹੀ ਹੈ। ਇਹਨਾਂ ਨੇ ਆਪਣੇ ਪਿਓ ਦਾਦੇ ਨੂੰ ਗੁੰਮਰਾਹ ਪਾਇਆ ਸੀ। ਯਾਨੀ ਇਹਨਾਂ ਨੇ ਜਦੋਂ ਜੰਮੇ ਤੇ ਇੱਕ ਐਸੇ ਮਾਹੌਲ 'ਚ ਜੰਮੇ ਜਿਹੜਾ ਗੁੰਮਰਾਹ ਮਾਹੌਲ ਸੀਗਾ। ਠੀਕ ਹੈ ਨਾ,
ਫਹਮ ਅਲਾ ਆਸਾਰਿਹਿਮ ਯੁਹਰਾਊਨ, ਤੇ ਬਸ ਇਹਨਾਂ ਨੇ ਆਪਣੀ ਅਕਲ ਸਮਝ ਤੇ ਵਰਤੀ ਨਹੀਂ। ਇਹ ਬਸ ਉਹ ਫਿਰ ਉਹ ਜਿਹੜੀਆਂ ਕਿਸੇ ਕਹਾਣੀਆਂ, ਜਿਹੜੇ ਜਿਹੜੇ ਗਲਤ ਕਿਸਮ ਦੇ ਲੋਕ ਹੁੰਦੇ ਨਾ, ਉਹਨਾਂ ਨੇ ਇਸ ਕਿਸਮ ਦੇ ਕਿਸੇ ਕਹਾਣੀਆਂ ਘੜੇ ਹੋਏ ਹੁੰਦੇ ਆ, ਦੂਸਰਿਆਂ ਨੂੰ ਮੁਤਾਸਰ ਕਰਨ ਵਾਲੇ, ਬੱਚਿਆਂ ਨੂੰ ਸੁਣਾ ਸੁਣਾ ਕੇ ਉਹਨਾਂ ਦੇ ਦਿਮਾਗ ਜਿਹੜੇ ਆ ਨਾ, ਉਹਨਾਂ 'ਚ ਬਚਪਨ 'ਚ ਹੀ ਇਹ ਗੱਲਾਂ ਪਾ ਦਿੰਦੇ ਆ। ਠੀਕ ਹੈ ਨਾ। ਉਹ ਬਰੇਲਵੀਆਂ ਦੇ ਘਰ ਜੰਮੇਗਾ ਤੇ ਉਹ ਬੱਚਾ ਜਿਹੜਾ ਹੈ, ਉਹ ਜਿਸ ਵੇਲੇ ਉਹਨੇ ਥੋੜਾ ਬਹੁਤਾ ਸ਼ਊਰ ਪਕੜਨਾ ਨਾ, ਉਹਦਾ ਜ਼ਿਹਨ ਇਹ ਹੋਏਗਾ ਕਿ ਇਹ ਬਾਕੀ ਸਭ ਤਾਂ ਤਕਰੀਬਨ ਕਾਫਰ ਹੀ ਹੈ। ਇਹ ਬਸ ਅਸਲ ਜੰਨਤੀ ਵੀ ਅਸੀਂ ਆ ਤੇ ਅਸਲ ਮੁਸਲਮਾਨ ਵੀ ਅਸੀਂ ਆ। ਅਹਿਲੇ ਹਦੀਸ ਵੀ ਇਦਾਂ ਹੀ, ਉਹ ਵੀ ਦਿਮਾਗਾਂ 'ਚ ਇਦਾਂ ਹੀ ਪਾਉਂਦੇ ਆ, ਤੇ ਇਸੇ ਤਰ੍ਹਾਂ ਦਿਓਬੰਦੀ ਪਾਉਂਦੇ ਆ। ਠੀਕ ਹੈ ਨਾ। ਉਹ ਮੈਂ ਜਿਹੜੀ ਬਹਿਸ ਕਰਦਾ ਹੁੰਦਾ ਨਾ, ਉਹਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਆ ਨਾ, ਉਹ ਗੁੱਸਾ ਵੀ ਕਰਦੇ ਆ। ਹੁਣ ਤੁਸੀਂ ਗੌਰ ਕਰੋ ਕਿ ਮੈਂ ਕਹਿੰਦਾ ਹੁੰਦਾ ਕਿ ਹਰਾਮ ਖਾਣ ਵਾਲੇ ਦਾ ਕੀ ਮਸਲਕ ਹੈ, ਪਹਿਲੇ ਤੇ ਤੈਅ ਕਰੋ। ਕਿਆ ਅਹਿਲੇ ਹਦੀਸ ਹਰਾਮ ਖਾਂਦਾ ਹੁੰਦਾ? ਕਿਆ ਅਹਿਲੇ ਸੁन्नत ਹਰਾਮ ਖਾਂਦਾ? ਔਰ ਕਿਆ ਅਹਿਲੇ ਹਦੀਸ ਜ਼ਨਾ ਕਰਦਾ? ਅਹਿਲੇ ਸੁन्नत ਜਿਹੜਾ ਉਹ ਜ਼ਨਾ ਕਰਦਾ? ਕਿਆ ਅਹਿਲੇ ਹਦੀਸ ਘੱਟ ਤੋਲਦਾ? ਕਿਆ ਅਹਿਲੇ ਸੁन्नत ਘੱਟ ਤੋਲਦਾ? ਕਿਆ ਅਹਿਲੇ ਹਦੀਸ ਜ਼ਾਲਮ ਹੁੰਦਾ? ਕਿਆ ਅਹਿਲੇ ਸੁन्नत ਜ਼ਾਲਮ ਹੁੰਦਾ? ਕਿਆ ਅਹਿਲੇ ਹਦੀਸ ਜਿਹੜਾ ਉਹ ਜ਼ਾਲਮ ਦਾ ਸਾਥੀ ਹੁੰਦਾ, ਝੂਠੀ ਗਵਾਹੀ ਦਿੰਦਾ? ਕਿਆ ਜਿਹੜਾ ਉਹ ਅਹਿਲੇ ਸੁन्नत ਜਿਹੜਾ ਉਹ ਜ਼ਾਲਮ ਦਾ ਸਾਥੀ ਹੁੰਦਾ, ਝੂਠੀ ਗਵਾਹੀ ਦਿੰਦਾ ਹੈ? ਕਿਆ ਅਹਿਲੇ ਹਦੀਸ ਜਿਹੜਾ ਉਹ ਭੈਣ ਬੇਟੀ ਦਾ ਹੱਕ ਖਾ ਜਾਂਦਾ ਤੇ ਫਿਰ ਅਹਿਲੇ ਹਦੀਸ ਰਹਿੰਦਾ? ਤੇ ਫਿਰ ਕਿਆ ਅਹਿਲੇ ਸੁन्नत ਜਿਹੜਾ ਉਹ ਧੀ ਭੈਣ ਦਾ ਹੱਕ ਖਾ ਕੇ ਤੇ ਅਹਿਲੇ ਸੁन्नत ਰਹਿੰਦਾ? ਜਿਹੜਾ ਬੀਵੀ ਦੇ ਹਕੂਕ ਨਹੀਂ ਦਿੰਦਾ, ਬੀਵੀ ਨੂੰ ਜਿਹੜਾ ਨਾ ਉਹ ਹੱਕੇ ਮਹਿਰ ਨਹੀਂ ਦਿੰਦਾ, ਬੀਵੀ ਨੂੰ ਤਲਾਕ ਦਿੰਦਾ, ਤੇ ਉਹਦਾ ਜੋ ਕੁਛ ਉਹਨੂੰ ਦਿੱਤਾ ਸੀ ਉਹ ਵੀ ਲੈਂਦਾ, ਤੇ ਉਹਦੇ ਜਹੇਜ਼ ਦੇ ਮਾਲ ਤੇ ਵੀ ਕਬਜ਼ਾ ਕਰਦਾ, ਫਿਰ ਉਹ ਅਹਿਲੇ ਹਦੀਸ ਰਹਿੰਦਾ? ਫਿਰ ਉਹ ਅਹਿਲੇ ਸੁन्नत ਰਹਿੰਦਾ? ਹੁਣ ਮਤਲਬ ਇਹ ਕਿ ਦੁਕਾਨ ਤੇ ਬੈਠਾ ਘੱਟ ਤੋਲਦਾ, ਮਿਲਾਵਟ ਕਰਦਾ। ਮੁਹੰਮਦ ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਨੇ ਕਹਿ ਦਿੱਤਾ, ਮਨ ਗਸ਼ਾ ਫਲੈਸਾ ਮਿੰਨਾ, ਜਿਹਨੇ ਮਿਲਾਵਟ ਕੀਤੀ ਸਾਡੇ ਵਿੱਚੋਂ ਨਹੀਂ। ਉਹ ਜਿੱਦਾਂ ਮੈਂ ਕਹਿਣਾ ਕਿ ਬਈ ਇੱਕ ਪੈਗੰਬਰ ਅੱਲਾ ਨੇ ਭੇਜੇ, ਸ਼ੁਏਬ अलैहिस्सलाम, ਪੂਰੇ ਕੁਰਾਨ ਚ ਦੇਖੋ ਕਿ ਉਹਨਾਂ ਨੇ ਕਿ ਮੈਨੂੰ ਤੇ ਇਹ ਹੀ ਲੱਗਦਾ ਕਿ ਉਹਨਾਂ ਦੀ ਕੌਮ ਨਮਾਜ਼ਾਂ ਪੜ੍ਹਦੀ ਸੀ, ਉਹ ਰੋਜ਼ੇ ਰੱਖਦੀ ਸੀ, ਉਹ ਰਫਾ ਜदैन ਵੀ ਕਰਦੀ ਹੋਣੀ ਹੈ, ਜੇ ਉਦੋਂ ਰਫਾ ਜदैन ਹੈਗਾ ਸੀ, ਤੇ ਨਹੀਂ ਹੋਏਗਾ ਤਾਂ ਨਹੀਂ ਕਰਦੀ ਹੋਏਗੀ। ਪਰ ਅਜ਼ਾਬ ਕਿਸ ਵਜ੍ਹਾ ਤੋਂ ਆਇਆ? ਅਜ਼ਾਬ ਰਫਾ ਜदैन ਕਰਨ ਨਾ ਕਰਨ ਦੀ ਵਜ੍ਹਾ ਤੋਂ ਨਹੀਂ ਆਇਆ। ਅਜ਼ਾਬ ਉੱਚੀ ਆਮੀਨ ਹੌਲੀ ਆਮੀਨ ਦੀ ਵਜ੍ਹਾ ਤੋਂ ਨਹੀਂ ਆਇਆ। ਅਜ਼ਾਬ ਜਿਹੜਾ ਜਨਾਜ਼ਾ ਉੱਚੀ ਪੜ੍ਹਨ ਤੋਂ ਜਾਂ ਖਾਮੋਸ਼ੀ ਨਾਲ ਪੜ੍ਹਨ ਤੋਂ ਨਹੀਂ ਆਇਆ। ਅਜ਼ਾਬ ਆਇਆ ਮਾਸ਼ੀ ਨਿਜ਼ਾਮ, ਰੋਜ਼ੀ ਹਲਾਲ ਨਹੀਂ ਕਮਾਉਂਦੇ ਸੀ, ਇਸ ਵਜ੍ਹਾ ਤੋਂ ਅਜ਼ਾਬ ਆਇਆ। ਤੇ ਜੇ ਹੁਣ ਇਹ ਕੰਮ ਰੋਜ਼ੀ ਤੱਕ ਕਮਾਵੇ ਹਰਾਮ, ਤੇ ਫਿਰ ਕਵੇ ਮੈਂ ਅਹਿਲੇ ਹਦੀਸ ਹਾਂ, ਫਿਰ ਕਵੇ ਮੈਂ ਅਹਿਲੇ ਸੁन्नत ਹਾਂ। ਯੂਨਸ ਨੂਹ अलैहिस्सलाम, ਉਹਨਾਂ ਦੀ ਕੌਮ ਤੇ ਅਜ਼ਾਬ ਕਿਉਂ ਆਇਆ? ਉਹਨਾਂ ਦਾ ਕੋਈ ਕੁਰਾਨ 'ਚ ਜ਼ਿਕਰ ਨਹੀਂ ਹੁੰਦਾ ਵੀ ਉਹ ਨਮਾਜ਼ ਨਹੀਂ ਪੜ੍ਹਦੇ ਸੀ। ਉਹਨਾਂ ਨੇ ਜਿਹੜਾ ਨਾ, ਬਲਕਿ ਸ਼ੁਏਬ अलैहिस्सलाम ਦੇ ਬਾਰੇ 'ਚ ਤੇ ਇਹ ਆਇਆ ਕੁਰਾਨ ਕਰੀਮ ਦੇ ਵਿੱਚ, ਉਹਨਾਂ ਨੇ ਕਿਹਾ ਸ਼ੁਏਬ अलैहिस्सलाम ਨੂੰ, ਆ ਸਲਾਤੋਂ ਕਾ, ਕਿਆ ਤੇਰੀ ਨਮਾਜ਼ ਜਿਹੜੀ ਹੈ ਇਹ ਹੁਣ ਸਾਨੂੰ ਕਾਰੋਬਾਰ ਵੀ ਨਹੀਂ ਕਰਨ ਦਿੰਦੀ ਆਪਦੇ ਮਰਦੇ ਨਾਲ? ਚੰਗੀ ਨਮਾਜ਼ ਹੈ। ਯਾਨੀ ਉਹ ਨਮਾਜ਼ ਪੜ੍ਹੋ ਜਿਹੜੀ ਤੁਹਾਨੂੰ ਹਰਾਮ ਤੋਂ ਨਾ ਰੋਕੇ। ਉਹ ਭਾਵੇਂ ਰਫਾ ਜदैन ਨਾ ਪੜ੍ਹੋ ਤੇ ਭਾਵੇਂ ਬੇਰਫਾ ਜदैन ਪੜ੍ਹੋ, ਉਹਦਾ ਕੀ ਹੈ ਫਿਰ? ਇਹ ਮਤਲਬ ਇਹ ਹੈ ਕਿ ਜੜ ਨੂੰ ਨਹੀਂ ਪਕੜਦੇ, ਅਸਲ ਬਿਮਾਰੀ ਨੂੰ ਨਹੀਂ ਪਕੜਦਾ। ਨਾ ਬਰੇਲਵੀ, ਨਾ ਦਿਓਬੰਦੀ, ਨਾ ਅਹਿਲੇ ਹਦੀਸ। ਇਹ ਪਕੜਦੇ ਆ ਉਹ ਅੱਗੋਂ ਜਾ ਕੇ ਜਿਹਦਾ ਕੋਈ ਮਕਸਦ ਹੀ ਨਹੀਂ ਹੁੰਦਾ, ਜਿਸ ਰੌਲੇ ਦਾ ਕੋਈ ਮਕਸਦ ਹੀ ਨਹੀਂ ਹੁੰਦਾ ਨਾ,
ਉਹ ਉੱਥੇ ਰੌਲਾ ਪਾਉਂਦੇ ਆ। ਇੱਕ ਨਹੀਂ, ਸਾਰੇ ਹੀ ਇਹ ਫਿਰਕੇ ਆ, ਇਹ ਉਮਤ ਨੂੰ ਵੰਡਣ ਵਾਲੇ ਸਾਰੇ ਫਿਰਕੇ ਆ। ਜਿਹਨਾਂ ਚੀਜ਼ਾਂ ਨੂੰ ਅੱਲਾਹ ਤਾਲਾ ਨੇ ਹਰਾਮ ਕਰਾਰ ਦਿੱਤਾ, ਘਰਾਂ ਦੇ ਵਿੱਚ ਇਹਨਾਂ ਦੇ ਪਰਦੇ ਨਹੀਂ ਹੈਗੇ। ਸ਼ਰਈ ਪਰਦੇ ਦੀ ਮੈਂ ਗੱਲ ਕਰਦਾ, ਜਿਹੜੇ ਮੁਹੰਮਦ ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਦੇ, ਉਹ 99% ਅਹਿਲੇ ਹਦੀਸਾਂ ਦੇ ਘਰਾਂ 'ਚ ਹੈ ਨਹੀਂ, 99% ਅਹਿਲੇ ਸੁन्नत ਦੇ ਘਰ 'ਚ ਹੈ ਨਹੀਂ। ਤੇ ਇਹ ਕਾਹਦੀਆਂ ਗੱਲਾਂ। ਤੇ ਬਸ ਪਿਓ ਦਾਦੇ ਨੇ, ਪਿਓ ਦਾਦਾ ਅਹਿਲੇ ਹਦੀਸ ਸੀ, ਤੇ ਅੱਗੋਂ ਇਹ ਵੀ ਅਹਿਲੇ ਹਦੀਸ ਹੋ ਗਏ ਹੈਂ। ਤੇ ਉਹ ਪਿਓ ਦਾਦਾ ਅਹਿਲੇ ਸੁन्नत ਸੀ, ਅਹਿਲੇ ਸੁन्नत ਹੋ ਗਏ। ਉਹ ਪਿਓ ਦਾਦੇ ਵੀ ਏਦਾਂ ਹੀ ਕਰਦੇ ਸੀ, ਤੇ ਬਸ ਉਹ ਵੀ ਸਾਰਾ ਕੁਛ ਇਹੀ ਸਮਝਦੇ ਸੀ ਵੀ ਅਸੀਂ ਨਮਾਜ਼ ਰਫਾ ਇਜ਼ਾਨ ਨਾਲ ਪੜ੍ਹ ਲਈ, ਤੇ ਬਸ ਇਸੇ ਨਾਲ ਹੀ, ਇਸੇ ਦੇ ਸਦਕੇ ਜੰਨਤ। ਮਸੀਤੇ ਵੜਦਿਆਂ 2 ਨਫਲ ਪੜ੍ਹੇ ਤੇ ਇਸੇ ਦੇ ਸਦਕੇ ਜੰਨਤ ਚਲੇ ਜਾਣਾ, ਭਾਵੇਂ ਅਸੀਂ ਉਹ ਹਰਾਮ ਖਾ ਕੇ 2 ਨਫਲ ਪੜ੍ਹਨ ਰਹੇ ਹਾਂ। ਫਹਮ ਅਲਾ ਆਸਾਰਿਹਿਮ ਯੁਹਰਾਊਨ, ਤੇ ਇਹ ਉਹਨਾਂ ਦੇ ਨਕਸ਼ੇ ਕਦਮ ਦੇ ਉੱਤੇ ਜਿਹੜਾ ਨਾ ਮੂੰਹ ਚੱਕ ਕੇ ਭੱਜੇ ਤੁਰੇ ਜਾਂਦੇ ਆ, ਪਿਓ ਦਾਦੇ ਦੇ ਪਿੱਛੇ ਲੱਗੇ, ਆਪ ਸੋਚਦੇ ਹੀ ਨਹੀਂ। ਪਹਿਲੀ ਗੱਲ ਤਾਂ ਇਹ ਹੈ ਕਿ ਇਹ ਜਿਹੜੇ ਫਿਰਕੇ ਹੈਗੇ ਆ, ਇਹਨਾਂ ਦਾ ਕੁਰਾਨ 'ਚ ਕਿਤੇ ਜ਼ਿਕਰ ਹੈਗਾ? ਕਿਤੇ ਜਿਨ੍ਹਾਂ ਚੀਜ਼ਾਂ ਦੇ ਉੱਤੇ ਫਿਰਕਾ ਬਣਦਾ ਨਾ, ਉਹਦਾ ਕੁਰਾਨ 'ਚ ਜ਼ਿਕਰ ਹੀ ਨਹੀਂ ਹੈਗਾ। ਕੁਰਾਨ ਸਭ ਤੋਂ ਅਥੈਂਟਿਕ ਕਿਤਾਬ ਹੈ। ਕੁਰਾਨ ਨੇ ਇਖਤਲਾਫ ਜਿਹੜਾ ਨਾ ਉਹਦੇ ਹੱਲ ਦਾ ਤਰੀਕਾ ਦੱਸਿਆ। ਸੂਰਾ ਆਲੇ ਇਮਰਾਨ 'ਚ ਅੱਲਾਹ ਤਾਲਾ ਨੇ ਫਰਮਾਇਆ, ਕੁਲ ਯਾ ਅਹਲਲ किताब तआलू इला कलिमतिन सवाइम बैनना व बैनकुम अल्ला नाबुदा इल्लल्लाह, के वला नुशरिका बिही शैया वला यत्तखिज़ा बादुना बादन अरबाबा मिन दूनिल्लाह। 3 ਗੱਲਾਂ ਅੱਲਾ ਨੇ ਕਹੀਆਂ ਅਹਲੇ ਕਿਤਾਬ ਨੂੰ, ਉਹ ਜਿਹੜਾ ਇਖਤਲਾਫ ਸੀ ਉਹ ਗੱਲ ਹੀ ਨਹੀਂ ਕੀਤੀ। ਇਹ ਤਾਂ ਪਹਿਲਾਂ ਇਖਤਲਾਫ ਸ਼ੁਰੂ ਕਰਨਗੇ ਨਾ, ਉਧਰ ਨਹੀਂ ਆਣਗੇ। ਅੱਲਾਹ ਤਾਲਾ ਨੇ ਕਿਹਾ ਕਿ ਇਸ ਗੱਲ ਪਿੱਛੇ ਆਓ। ਪਹਿਲੀ ਗੱਲ ਇਹ ਹੈ ਕਿ ਅੱਲਾਹ ਤੋਂ ਸਿਵਾ ਅਸੀਂ ਕਿਸੇ ਦੀ ਇਬਾਦਤ ਨਹੀਂ ਕਰਨੀ, ਅੱਲਾਹ ਦੇ ਇਲਾਵਾ ਕਿਸੇ ਨੂੰ ਅਸੀਂ ਮਾਬੂਦ ਨਹੀਂ ਮੰਨਣਾ, ਅਸੀਂ ਕਿਸੇ ਦੀ ਗੁਲਾਮੀ ਨਹੀਂ ਕਰਨੀ ਅੱਲਾਹ ਤੋਂ ਇਲਾਵਾ। ਅਬਦ ਕਹਿੰਦੇ ਆ ਗੁਲਾਮ ਨੂੰ, ਪੂਰਾ ਗੁਲਾਮ ਦਾ ਤਸੱਵਰ ਰੱਖੋ ਜ਼ਿਹਨ 'ਚ, ਫਿਰ ਤੁਹਾਨੂੰ ਇਬਾਦਤ ਸਮਝ ਆਏਗੀ। ਇਹ ਸਿਰਫ ਨਮਾਜ਼ ਪੜ੍ਹ ਲੈਣਾ, ਰੋਜ਼ਾ ਰੱਖ ਲੈਣਾ, ਹਜ ਕਰ ਲੈਣਾ, ਉਮਰਾ ਕਰ ਲੈਣਾ, ਇਹ ਇਬਾਦਤ ਨਹੀਂ। ਅਬਦ ਜਿਹੜਾ ਨਾ, ਉਹ ਹਰ ਮਾਮਲੇ ਦੇ ਵਿੱਚ ਆਪਣੇ ਆਕਾ ਦਾ ਤਾਬੇ ਹੁੰਦਾ। ਫਿਰ ਮਤਲਬ ਇਸ ਪਾਸੇ ਆਓ, ਤੇ ਇਸ ਪਾਸੇ ਜਦੋਂ ਤੁਸੀਂ ਇਹ ਅਬਦ ਦਾ ਮਫਹੂਮ ਸਮਝਾਓਗੇ, ਤੇ ਨਾ ਇਸ ਅਬਦ ਦੇ ਮਫਹੂਮ ਤੇ ਆਵੇ ਪੂਰਾ ਬਰੇਲਵੀ, ਨਾ ਦਿਓਬੰਦੀ, ਨਾ ਅਹਿਲੇ ਹਦੀਸ, ਨਾ ਸ਼ੀਆ। ਫਿਰ ਇੱਥਾਂ ਵਲਾ ਨੁਸ਼ਰਿਕਾ ਬਿਹੀ ਸ਼ੈਆ, ਅੱਲਾਹ ਦੇ ਨਾਲ ਕਿਸੇ ਨੂੰ ਸ਼ਰੀਕ ਨਾ ਕਰੀਏ। ਤੇ ਫਿਰ ਇਸ ਦੇ ਉੱਤੇ ਕੌਣ ਪੂਰਾ ਆਏਗਾ? ਜਿਹੜਾ ਮਿਲਾਵਟ ਕਰਦਾ ਆਉਂਦਾ, ਜਿਹੜਾ ਘੱਟ ਤੋਲਦਾ ਆਉਂਦਾ, ਜਿਹੜਾ ਰਿਸ਼ਵਤ ਖਾਂਦਾ ਆਉਂਦਾ, ਜਿਹੜਾ ਸੂਦ ਲੈਂਦਾ ਦਿੰਦਾ ਉਹ ਆਉਂਦਾ। ਫਿਰ ਅੱਲਾਹ ਰਾਜ਼ਕ ਕਿੱਦਾਂ ਹੋ ਗਿਆ? ਅੱਲਾਹ ਤੇ ਕਹਿੰਦਾ ਹੈ ਕਿ ਮਤਲਬ ਇਹ ਹੈ ਕਿ ਉਹ ਜਿਹਦਾ ਰਿਜ਼ਕ ਚਾਹੁੰਦਾ ਵਧਾਉਂਦਾ, ਜੋ ਜਿਹਦਾ ਰਿਜ਼ਕ ਚਾਹੁੰਦਾ ਘਟਾਉਂਦਾ। ਤੇ ਉਹ ਮਤਲਬ ਇਹ ਹੈ ਕਿ ਜੇ ਹੁਣ ਜਿਹੜਾ ਆਦਮੀ, ਅੱਲਾਹ ਤਾਂ ਨਹੀਂ ਕਹਿੰਦਾ ਨਾ ਕਿ ਵੀ ਤੂੰ ਆਪਣਾ ਰਿਜ਼ਕ ਜਾ ਕੇ ਰਿਸ਼ਵਤ 'ਚ, ਮਿਲਾਵਟ 'ਚ, ਸੂਦ ਦੇ ਵਿੱਚ ਘੱਟ ਤੋਲ ਕੇ, ਝੂਠ ਬੋਲ ਕੇ ਤੂੰ ਆਪਣਾ ਰਿਜ਼ਕ ਹਾਸਲ ਕਰ। ਤੇ ਜੇ ਤੁਸੀਂ ਅੱਲਾਹ ਨੂੰ ਰਾਜ਼ਕ ਮੰਨਿਆ, ਤੇ ਇਹ ਅੱਲਾਹ ਨੂੰ ਰਾਜ਼ਕ ਮੰਨਣ ਦੀ ਤੌਹੀਦ ਜਿਹੜੀ ਹੈ ਕੀ ਹੈ? ਇੱਥੇ ਤੌਹੀਦ ਦਾ ਕੀ ਤਕਾਜ਼ਾ ਹੈ? ਇੱਥੇ ਤੌਹੀਦ ਦਾ ਤਕਾਜ਼ਾ ਇਹ ਹੈ ਕਿ ਜਿੱਥੇ ਅੱਲਾਹ ਨੇ ਕਿਹਾ, ਜਿੱਦਾਂ ਤੇਰਾ ਰਿਜ਼ਕ ਅੱਲਾਹ ਨੇ ਕਿਹਾ ਨਾ ਵੀ ਏਦਾਂ ਖਾ ਤੇ ਇੱਥੋਂ ਲੱਭ, ਉੱਥੋਂ ਹੀ ਖਾ ਤੇ ਉੱਥੋਂ ਹੀ ਲੱਭ। ਜਿੱਥੋਂ ਉਹਨੇ ਮਨਾ ਕਰ ਦਿੱਤਾ ਕਿ ਇਹ ਰਿਜ਼ਕ ਤੇਰਾ ਨਹੀਂ, ਜੇ ਤੂੰ ਉੱਥੇ ਜਾ ਕੇ ਰਿਜ਼ਕ ਲੱਭਣ ਲੱਗ ਪਿਆ, ਉਦਾਂ ਰਿਜ਼ਕ ਕਮਾਉਣ ਲੱਗ ਪਿਆ, ਤੇ ਤੂੰ ਭਾਵੇਂ ਹੋਵੇ ਰਫਾ ਇਜ਼ਦੈਨ ਕਰਨ ਵਾਲਾ, ਤੇ ਭਾਵੇਂ ਨਾ ਕਰਨ ਵਾਲਾ, ਤੇ ਭਾਵੇਂ ਤੂੰ ਹੋਵੇਂ ਉੱਚੀ ਨਮਾਜ਼ ਜਨਾਜ਼ਾ ਪੜ੍ਹਨ ਵਾਲਾ, ਭਾਵੇਂ ਹੌਲੀ ਪੜ੍ਹਨ ਵਾਲਾ,
ਭਾਵੇਂ ਤੂੰ ਹਨਫੀ ਹੋਵੇਂ, ਭਾਵੇਂ ਸ਼ਾਫੀ ਹੋਵੇਂ, ਭਾਵੇਂ ਬਰੇਲਵੀ ਹੋਵੇਂ, ਭਾਵੇਂ ਦਿਓਬੰਦੀ ਹੋਵੇਂ, ਕੋਈ ਪਿਆ ਹੋਵੇਂ, ਤੂੰ ਤੌਹੀਦ ਤੋਂ ਡਿੱਗ ਪਿਆ। ਅਗਰ ਇਹ ਚੀਜ਼ਾਂ ਜਿਹੜੀਆਂ ਦੇਖੋ ਨਾ, ਇਹ ਗੱਲਾਂ ਉਹ ਆ ਜਿਹੜੀਆਂ ਜਿਹਨਾਂ ਨੂੰ ਮਤਲਬ ਬਰੇਲਵੀ ਵੀ ਮੰਨੇਗਾ। ਪਰਦਾ ਹੋਣਾ ਚਾਹੀਦਾ ਘਰ ਚ ਵਿੱਚ, ਹੈ। ਆ ਜਾਓ, ਉਹ ਜਿੱਦਾਂ ਕਿਹਾ ਨਾ ਕਿ ਕੁਲ ਯਾ ਅਹਲਲ ਕਿਤਾਬ ਤਾਲੂ ਇਲਾ ਕਲਿਮਤਿਨ ਸਵਾਇਨ ਬੈਨਨਾ व बैनकुम। आ जाओ भाई एक ऐसी गल की तरफ, बरेलवी भी आ जाओ, देवबंदी भी आ जाओ, अहले हदीस भी आ जाओ, जिन्हां ते इख्तलाफ आ उन्हां दा जिक्र नहीं करते, जिन्हों सारे मनते आ। कुरान च अल्लाह ने आख्या कि पर्दा करो, तो जेड़ा पर्दा नहीं करता, अहले हदीस कहण कि असीं उहनूं अहले हदीसां चों कढदे आ, अहले सुन्नत कहण असीं अहले सुन्नत चों कढदे हैं, बरेलवी कहण बरेलवियां चों कढदे हैं, दिओबंदी कहण दिओबंदियां चों कढदे हैं। क्योंकि यह गल वो आ जिहड़ी सवा वा, सवाइम बैनना, जिहड़ी अपने दरम्यान बराबर है, ठीक है ना। तो जो तुसीं इस गल्लां पिछे पै गए तो तुहानूं वो भुल ही जाणियां वा, जिन्हां दे फिरके तुसीं हुण बनाई बैठे हो ना, ये तो तुहानूं भुल ही जाणियां। लेकिन इधर किसी मौलवी ने आउणा या मौलवी ने आप नहीं आउण देना, क्योंकि इन्हां कम्मां दे विच तां मौलवी आप नहीं हैगा। बहरहाल फहुम अला आसारिहिम युहराऊन, तो अखां मीट के बस उस प्यो दादे दे राह ते चली जांदे रहिंदे, ते फिरका किदां मुके। वलकद ज़ल्ला कबलहुम अक्सरुल अव्वलीन, बेशक पहले भी अक्सर इदां ही गुमराह होए, प्यो दादे दे राह चलदे चलदे गुमराह हो गए। वलकद अरसलना फीहिम मुनज़िरीन, और बेशक असीं भेजिया उन्हां दे विच भी समझाउण वाले, वार्निंग देण वाले, तंबी करन वाले। फंजुर कैफ कान आकिबतुल मुनज़िरीन, फिर देखो जिन्हां नूं वार्न किया गया सी, जिन्हां नूं तंबी की गई सी, ते उन्हां दा फिर की अंजाम होया। इल्ला इबादल्लाहिल मुखलसीन, सिवाए उन्हां बंदियां दे जेड़े मतलब है कि अल्लाह दे खालस बंदे, जिन्हां ने अल्लाह ताला नूं वाकई पूरे खलूस दे नाल जेड़ा ना वो अपने आप नूं अल्लाह ताला दी बंदगी च दिता। वलकद नादाना नूह, और बेशक जेड़ा सानू साडे कोलों दुआ मंगी सी, सानू पुकारिया सी, निदा दिती सी, सानू आवाज दिती सी नूह अलैहिस्सलाम ने भी। फाला नेमल मुजीबून, ते क्या ही असीं जवाब देण वाले हां, यानी दुआवां नूं कबूल करन वाले हां, दुआ दा जवाब देण वाले हां। यानी किदां फिर असीं कबूल कीती उन्हां दी दुआ। वनज्जयनाहु व अहलहु मिनल करबिल अज़ीम, ते असीं बचाया उन्हां नूं भी ते उन्हां दे घर वालियां नूं भी एक बड़ी तकलीफ तो, बड़ी मुसीबत तो। वजअलना ज़ुर्रियतहु हुमुल बाकीन, और बना देता असीं उन्हां दी औलाद नूं बाकी रहण वाला। यानी वजअलना ज़ुर्रियतहु हुमुल बाकीन, और असी उन्हां दी मतलब है कि ज़ुर्रियत और औलाद नूं ही बाकी रखिया। मतलब है कि नूह अलैहिस्सलाम तो अगे जेड़ी भी इंसान दी नस्ल चली है ना, वो नूह अलैहिस्सलाम दे बेटियां तो ही चली है। व तरकना अलैहि फिल आखिरीन, और छड़ दिता असी उन्हां दा जिक्र खैर बाद वालियां दे विच, यानी बाद वालियां दे विच असी जारी कर दिता। मतलब ये है उन्हां दा जिक्र खैर अच्छा, वो अच्छा जिक्र। हुण देखो ना कि अबू जहल दा किन्ना जिक्र हुंदा और मुहम्मद रसूलुल्लाह सल्लल्लाहु अलैहि वसल्लम दा किन्ना जिक्र हुंदा। देखो ना, ये फर्क, ये गल है कि और नमरूद दा जिक्र ते कोई लानत पाउण नूं ही करदा होऊ ना, ते नूह अलैहिस्सलाम दे जेड़े सी मुखालफिन, उन्हां दा किस दा नाम ही नहीं किसी नूं पता होना, लेकिन नूह दा पता। सलाम अला नूहिन फिल आलमीन, अते सलाम है नूह ते तमाम जहानां दे विच, सारे जहानां च नूह ते सलाम है। बड़ा हिम्मत वाला बंदा सी, बड़ी कुर्बानी सुबह शाम। इन्ना कज़ालिका नज्ज़िल मुहसिनीन, बेशक असीं इदां ही जज़ा दिन्ने आ चंगे बंदियां नूं। इन्नहु मिन इबादिनल मोमिनीन, बेशक ओ साडे
ਮੂਮਨ ਬੰਦਿਆਂ ਦੇ ਵਿੱਚੋਂ ਸੀਗਾ, ਈਮਾਨ ਲਾਉਣ ਵਾਲੇ ਬੰਦਿਆਂ ਚੋਂ ਸੀਗਾ। ਸੁੰਮਾ ਅਗਰਕਨਲ ਆਖਰੀਨ, ਔਰ ਫਿਰ ਅਸੀਂ ਦੂਸਰਿਆਂ ਨੂੰ ਗਰਕ ਕਰ ਦਿੱਤਾ। ਯਾਨੀ ਉਹਨੂੰ ਤੇ ਅਸੀਂ ਜਿਹੜਾ ਨਾ ਫਿਰ ਬਚਾਇਆ, ਤੇ ਉਹ ਜਿਹੜੇ ਬਾਕੀ ਸੀ ਫਿਰ ਉਹਨਾਂ ਨੂੰ ਅੱਲਾਹ ਤਾਲਾ ਕਹਿੰਦਾ ਕਿ ਅਸੀਂ ਗਰਕ ਕਰ ਦਿੱਤਾ। ਇਹ ਆਇਤ ਨੰਬਰ 82 ਆ ਗਈ ਹੈ। ਹੁਣ ਮੇਰਾ ਖਿਆਲ ਹੈ ਕਿ ਅਗਲੀ ਨਿਸ਼ست ਇਸ ਤੋਂ ਅੱਗੇ ਪੜ੍ਹਦੇ ਹਾਂ। अकूल कौली हाजा वस्तगफिरु ली वलकुम व लिसाइरिल मुस्लिमीन वल मुस्लिमात।